ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਕਮਲ ਔਲਖ ਤੁਹਾਡਾ ਸਾਰਿਆਂ ਦਾ ਵੈਲਕਮ ਕਰਦੀ ਹਾਂ ਅੱਜ ਦੇ ਪ੍ਰੋਗਰਾਮ ਹੈਲਥ ਐਂਡ ਵੈਲਨੈਸ ਦੇ ਵਿੱਚ। ਹਮੇਸ਼ਾ ਦੀ ਤਰ੍ਹਾਂ ਸਟੂਡੀਓ 'ਚ ਮੇਰਾ ਸਾਥ ਦੇਣਗੇ ਮਨਜਿੰਦਰ ਔਲਖ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਕਮਲ ਜੀ ਔਰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਮਨਜਿੰਦਰ ਜੀ, ਲਾਸਟ ਟਾਈਮ ਦੀ ਤਰ੍ਹਾਂ ਅਸੀਂ ਜਿੱਦਾਂ ਡਿਸਕਸ ਕਰ ਰਹੇ ਸੀ ਆਮ ਪੇਨ ਦੇ ਉੱਤੇ, ਸੋ ਸਭ ਤੋਂ ਪਹਿਲੇ ਤੇ ਵਿਊਅਰਸ ਦਾ ਅਸੀਂ ਬਹੁਤ ਥੈਂਕਸ ਕਰਦੇ ਹਾਂ ਕਿਉਂਕਿ ਸਾਡੇ ਲਾਸਟ ਵੀਕ ਦੇ ਪ੍ਰੋਗਰਾਮ ਕਾਰਪਲ ਟਨਲ ਸਿੰਡਰੋਮ ਦੇ ਉੱਤੇ ਸੀ ਜਿਹੜਾ ਬਹੁਤ ਹੀ ਪਰਵਾਹ ਹੁੰਗਾਰਾ ਮਿਲਿਆ ਔਰ ਸਭ ਨੇ ਟਿਪਸ ਨੂੰ ਬਹੁਤ ਲਾਈਕ ਕਰ ਰਹੇ ਨੇ ਕਿਉਂਕਿ ਉਹ ਹੈਲਪ ਕਰਦੇ ਆ ਪ੍ਰੀਵੈਂਸ਼ਨ ਦੇ ਵਿੱਚ। ਸੋ ਲਾਸਟ ਟਾਈਮ ਦੀ ਤਰ੍ਹਾਂ ਜਿਵੇਂ ਕਿ ਆਪਾਂ ਆਮ ਨਾਲ ਰਿਲੇਟਡ ਸੀਗੀ, ਉਹਦਾ ਟੌਪਿਕ ਸੀਗਾ ਸਾਡਾ ਅੱਜ ਦਾ ਟੌਪਿਕ ਵੀ ਆਮ ਨਾਲ ਰਿਲੇਟਡ ਹੀ ਹੈਗਾ ਵਿਚ ਇਜ਼ ਟੈਨਿਸ ਐਲਬੋ। ਸੋ ਇਹ ਕੂਨੀ ਦੀ ਦਰਦ ਹੁੰਦੀ ਹੈ, ਇਹ ਆਪਾਂ ਆਪਣੇ ਵਿਊਅਰਸ ਨੂੰ ਅੱਜ ਗਾਈਡ ਕਰੀਏ ਕਿ ਕਿਉਂ ਹੁੰਦੀ ਹੈ ਔਰ ਕਿਵੇਂ ਹੁੰਦੀ ਹੈ ਔਰ ਇਹਦਾ ਮਤਲਬ ਕੀ ਹੈਗਾ। ਜਿਵੇਂ ਕਿ ਟੈਨਿਸ ਵਰਡ ਰਿਲੇਟਡ ਹੈ, ਸੋ ਅਸੀਂ ਥੋੜਾ ਜਿਹਾ ਵਿਊਅਰਸ ਨੂੰ ਦੱਸੀਏ ਕਿ ਟੈਨਿਸ ਐਲਬੋ ਕੀ ਹੁੰਦੀ ਹੈਗੀ ਹੈ। ਕਮਲ ਜੀ, ਟੈਨਿਸ ਐਲਬੋ ਇੱਕ ਨਾਰਮਲ ਲੇਮੈਨ ਲੈਂਗੁਏਜ ਦੇ ਵਿੱਚ ਵਰਡ ਯੂਜ਼ ਕੀਤਾ ਜਾਂਦਾ। ਐਕਚੁਅਲ ਜਿਹੜੀ ਕੰਡੀਸ਼ਨ ਹੁੰਦੀ ਹੈ ਉਹ ਲੇਟਰਲ ਐਪੀਕੰਡਾਈਟਿਸ ਹੁੰਦੀ ਹੈ ਜੀ। ਠੀਕ ਹੈ ਜੀ। ਐਲਬੋ ਜਿਹੜਾ ਸਾਡਾ ਜੁਆਇੰਟ ਹੈਗਾ, ਇਟਸ ਅ ਕੰਪਲੈਕਸ ਜੁਆਇੰਟ ਹੈ ਨਾ, ਮੇਡ ਬਾਈ ਦਾ ਬੋਨਸ, ਮਸਲਸ, ਲਿਗਾਮੈਂਟਸ, ਟੈਂਡਨਸ। ਸਾਡੀ ਜਿਹੜੀ ਬਾਂਹ ਦੀ ਹੱਡੀ ਹੁੰਦੀ ਹੈ, ਹਿਊਮਰਸ ਕਹਿੰਦੇ ਆ ਜੀ ਉਹਨੂੰ, ਜਿਹੜੀ ਬਾਂਹ ਦੀ ਹੱਡੀ ਹੁੰਦੀ ਹੈ, ਉਹਦੇ ਜਿਹੜਾ ਲੋਅਰ ਸੈਕਸ਼ਨ ਹੁੰਦਾ ਉਹਦੇ ਵਿੱਚ ਐਪੀਕੰਡਾਈਲਸ ਹੁੰਦੇ ਨੇ। ਤੇ ਲੇਟਰਲ ਐਪੀਕੰਡਾਈਲ ਤੋਂ ਭਾਵ ਹੈਗਾ ਕਿ ਜਿਹੜਾ ਬਾਹਰ ਵਾਲਾ ਕੂਣੀ ਦਾ ਬਾਹਰ ਵਾਲਾ ਹਿੱਸਾ ਜਿਹੜਾ ਜਿਹਨੂੰ ਅਸੀਂ ਕਹਿ ਸਕਦੇ ਹੈਗੇ, ਉਹਦੇ ਤੋਂ ਮਸਲਸ ਟੈਂਡਨ ਅਟੈਚ ਹੁੰਦਾ ਤੇ ਮਸਲਸ ਨਿਕਲਦੇ ਆ ਜਿਹੜੇ ਰਿਸਟ ਨੂੰ ਕੰਟਰੋਲ ਕਰਦੇ ਆ ਜੀ। ਉਹ ਸਾਡੀ ਫੋਰਆਰਮ ਤੋਂ ਹੁੰਦੇ ਹੋਏ ਜਾ ਕੇ ਰਿਸਟ ਦੇ ਵਿੱਚ ਜਾ ਕੇ ਅਟੈਚ ਹੋ ਜਾਂਦੇ ਹੈਗੇ। ਟੈਨਿਸ ਐਲਬੋ ਵਰਡ ਇਸ ਕਰਕੇ ਯੂਜ਼ ਕੀਤਾ ਜਾਂਦਾ ਜੀ ਕਿਉਂਕਿ ਮੋਸਟ ਆਫ ਦਾ ਟਾਈਮ ਇਹ ਜਿਹੜੀ ਕੰਡੀਸ਼ਨ ਹੁੰਦੀ ਆ, ਇਹ ਜਿਹੜੇ ਟੈਨਿਸ ਪਲੇਅਰਸ ਨੇ ਉਹ ਜਦੋਂ ਬੈਕ ਹੈਂਡ ਸਟ੍ਰੋਕਸ ਖੇਲਦੇ ਨੇ ਉਹਨਾਂ ਦੇ ਵਿੱਚ ਇਹ ਬਹੁਤ ਕਾਮਨ ਹੁੰਦੀ ਆ। ਉਹਦੇ ਕਈ ਰੀਜ਼ਨਸ ਨੇ ਕਿਉਂਕਿ ਇੱਕ ਉਹ ਰੈਪੀਟੇਟਿਵ ਮੋਸ਼ਨ ਆ ਜਿਹੜੀ ਬਾਰ-ਬਾਰ ਉਹ ਹਿੱਟ ਕਰ ਰਹੇ ਨੇ, ਬੈਕ ਹੈਂਡ ਸਟ੍ਰੋਕਸ ਲੈਂਦੇ ਨੇ ਔਰ ਅਗਰ ਇਕਵਿਪਮੈਂਟ ਜਾਂ ਮਤਲਬ ਰੈਕੇਟਸ ਜਿਹੜੇ ਨੇ ਉਹਨਾਂ ਦੇ ਹੈਵੀ ਨੇ ਜਾਂ ਕੁਛ ਇੱਦਾਂ ਤੇ ਉਹਦੇ ਕਰਕੇ ਉਹ ਰੈਪੀਟੇਟਿਵ ਸਟ੍ਰੇਨ ਹੋਣ ਕਰਕੇ ਉਹਦੇ ਤੇ ਇਨਫਲੇਮੇਸ਼ਨ ਆ ਜਾਂਦੀ ਹੈ। ਠੀਕ ਹੈ। ਇਹ ਤਾਂ ਹੁੰਦਾ ਜੀ ਪਲੇਅਰਸ ਦੇ ਵਿੱਚ ਜਿੱਦਾਂ ਕਹਿੰਦੇ ਨੇ, ਦੈਟ ਇਜ਼ ਦਾ ਰੀਜ਼ਨ। ਹਾਂਜੀ, ਦੈਟ ਇਜ਼ ਦਾ ਰੀਜ਼ਨ ਕਿ ਇਹਨੂੰ ਟੈਨਿਸ ਐਲਬੋ ਐਕਸਪਲੇਨ ਕਰਨ ਵਾਸਤੇ ਬੋਲਿਆ ਜਾਂਦਾ ਹੈਗਾ। ਪਰ ਆਪਣੀ ਆਮ ਕਮਿਊਨਿਟੀ ਦੇ ਵਿੱਚ, ਪਬਲਿਕ ਦੇ ਵਿੱਚ ਇਹ ਕੰਡੀਸ਼ਨ ਬਹੁਤ ਪ੍ਰੀਵੈਲੈਂਟ ਹੈ ਜੀ। ਉਹਦੇ ਵਿੱਚ ਜੇ ਮੈਂ ਦੱਸਾਂ ਤੇ ਕਾਰਪੈਂਟਰਸ ਦੇ ਵਿੱਚ, ਠੀਕ ਹੈ, ਪਲੰਬਰਸ ਦੇ ਵਿੱਚ, ਹਾਂਜੀ, ਉਹ ਰੈਪੀਟੇਟਿਵ ਐਗਜ਼ੈਕਟਲੀ ਜੀ, ਹੈ ਨਾ। ਅਸੈਂਬਲੀ ਲਾਈਨ ਵਰਕਰਸ ਨੇ ਜਿੱਦਾਂ ਬਾਰ-ਬਾਰ ਪਿਕ ਐਂਡ ਮੋਸ਼ਨਸ ਹੋ ਰਹੀਆਂ ਨੇ, ਕਈਆਂ ਦੀ ਜੌਬ ਇਦਾਂ ਦੀ ਹੈ ਜਿਹਦੇ ਵਿੱਚ ਟਵਿਸਟਿੰਗ ਮੋਸ਼ਨਸ ਨੇ, ਠੀਕ ਹੈ ਜੀ, ਉਹਦੇ ਵਿੱਚ ਉਹ ਬਾਰ-ਬਾਰ ਟੈਂਡਨ ਦੇ ਉੱਤੇ ਰੈਪੀਟੇਟਿਵ ਸਟ੍ਰੇਨ ਹੁੰਦਾ ਜਿਹਦੀ ਵਜ੍ਹਾ ਕਰਕੇ ਉੱਥੇ ਇਨਫਲੇਮੇਸ਼ਨ ਹੁੰਦੀ ਹੈ। ਸੋ ਉਹ ਰੀਜ਼ਨਸ ਕਰਕੇ ਇਹ ਟੈਨਿਸ ਐਲਬੋ ਬਣ ਜਾਂਦੀ ਹੈ। ਮਤਲਬ ਲੇਟਰਲ ਐਪੀਕੰਡਾਈਲਾਈਟਿਸ ਇਜ਼ ਦ ਮੈਡੀਕਲ ਟਰਮੀਨੋਲੋਜੀ ਜਿਹੜੀ ਯੂਜ਼ ਹੁੰਦੀ ਹੈ ਜੀ। ਔਰ ਇਹਦੇ ਵਿੱਚ ਅਗਰ ਆਪਾਂ ਆਪਣੇ ਵਿਊਵਰਸ ਨੂੰ ਸਲਾਈਡ ਸ਼ੋ ਕਰੀਏ ਤੇ ਮੈਂ ਉਹਦੇ ਵਿੱਚ ਦੱਸ ਸਕਦੇ ਹਾਂ, ਤੁਹਾਨੂੰ ਦਿਖਾਉਂਦੇ ਹਾਂ ਹੁਣ ਇੱਕ ਸਲਾਈਡ। ਉਹਦੇ ਵਿੱਚ ਕਲੀਅਰਲੀ ਨਜ਼ਰ ਆਊਗਾ ਕਿ ਵਾਟ ਆਈ ਵਾਸ ਟਾਕਿੰਗ ਅਬਾਊਟ, ਉਹ ਜਿਹੜਾ ਕਾਰਨਰ ਤੇ ਸਰਕਲ ਤੁਸੀਂ ਦੇਖ ਰਹੇ ਹੈਗੇ ਹੋ ਜਿੱਥੇ ਰੈਡਨੈਸ ਹੈਗੀ ਆ, ਉਹ ਐਪੀਕੰਡਾਈਲ ਦਾ ਏਰੀਆ ਜੀ, ਜਿੱਥੋਂ ਟੈਂਡਨ ਨਿਕਲ ਰਿਹਾ, ਰਿਸਟ ਐਕਸਟੈਂਸਰ ਟੈਂਡਨ ਕਹਿੰਦੇ ਆ, ਜਿਹੜਾ ਸਾਡੇ ਗੁੱਟ ਨੂੰ ਉੱਪਰ ਨੂੰ ਮੂਵ ਕਰਨ ਦੇ ਵਿੱਚ ਹੈਲਪ ਕਰਦਾ। ਤੇ ਉਹ ਜਿਹੜੇ ਫਲੈਸ਼ ਤੁਸੀਂ ਦੇਖ ਰਹੇ ਹੈਗੇ ਆ, ਉਹ ਐਕਸਟੈਂਸਰ ਮਸਲ ਗਰੁੱਪ ਹੈਗਾ। ਸੋ ਬੇਸਿਕਲੀ ਉੱਥੇ ਜਦੋਂ ਰੈਪੀਟੇਟਿਵਲੀ ਸਟ੍ਰੇਨ ਹੁੰਦਾ ਤਾਂ ਉਹਦੀ ਵਜ੍ਹਾ ਕਰਕੇ ਇਹ ਸਾਰਾ ਸੈਕਸ਼ਨ ਜਿਹੜਾ ਸੋਰ ਹੋ ਜਾਂਦਾ, ਪੇਨਫੁਲ ਹੋ ਜਾਂਦਾ ਜੀ। ਔਰ ਇਹ ਬਹੁਤ ਜ਼ਿਆਦਾ ਅਨੋਇੰਗ ਵੀ ਹੋ ਸਕਦਾ ਕਿਉਂਕਿ ਤੁਹਾਡੀ ਹਰ ਛੋਟੀ ਮੂਵਮੈਂਟ ਦੇ ਵਿੱਚ, ਹਾਂਜੀ, ਉਹ ਜਿਵੇਂ ਪੇਸ਼ੈਂਟ ਸਾਨੂੰ ਜਨਰਲੀ ਦੱਸਦੇ ਨੇ ਕਿ ਚਾਹ ਦਾ ਕੱਪ ਨਹੀਂ ਫੜਿਆ ਜਾਂਦਾ, ਕਈ ਵਾਰੀ ਡੋਰ ਦੀਆਂ ਨੌਬਸ ਨਹੀਂ ਸਾਡੇ ਕੋਲੋਂ ਖੁੱਲਦੀਆਂ ਹੈਗੀਆਂ, ਜਾਂ ਸੋ ਛੋਟੇ ਕੰਮ ਪੈਨ ਫੜਨ ਵਿੱਚ ਮੁਸ਼ਕਿਲ ਆ ਸਕਦੀ ਹੈ ਜੀ। ਉਹ ਇਦਾਂ ਇਹ ਇੱਕ ਥੋੜਾ ਜਿਹਾ ਜਦੋਂ ਤੁਸੀਂ ਇਹਨੂੰ ਇਗਨੋਰ ਕਰ ਦਿੰਦੇ ਹੋ, ਇਗਨੋਰ ਇਸ ਤਰ੍ਹਾਂ ਹੀ ਹੁੰਦਾ ਜੀ ਕਿ ਸਾਨੂੰ ਲੱਗਦਾ ਸ਼ਾਇਦ ਮੈਂ ਕਿਤੇ ਐਲਬੋ ਨੂੰ ਹਿੱਟ ਕਰ ਲਿਆ ਹੋਣਾ, ਉਹਦੇ ਕਰਕੇ ਹਲਕਾ ਫੁਲਕਾ ਪੇਨ ਹੋ ਰਿਹਾ, ਇਟ ਵਿਲ ਗੋ ਬਾਈ ਇਟਸੈਲਫ। ਪਰ ਉਹ ਲਿੰਗਰ ਔਨ ਹੋ ਜਾਂਦਾ ਕਿਉਂਕਿ ਅਸੀਂ ਇਹ ਨਹੀਂ ਰਿਅਲਾਈਜ਼ ਕਰ ਰਹੇ ਹੁੰਦੇ ਕਿ ਕਿਹੜੀ ਮੋਸ਼ਨ ਜਿਹੜੀ ਉਹਨੂੰ ਬਾਰ-ਬਾਰ ਉੱਥੇ ਪ੍ਰੈਸ਼ਰ ਪਾ ਰਹੀ ਹੈ ਜਾਂ ਉਹਨੂੰ ਰੱਬ ਕਰ ਰਹੀ ਹੈਗੀ ਹੈ। ਤਾਂ ਉਹਦੀ ਵਜ੍ਹਾ ਕਰਕੇ ਐਗਜ਼ੈਕਟਲੀ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਕੱਪ ਨੂੰ ਹੋਲਡ ਕਰਨਾ, ਕਿਸੇ ਹੈਵੀ ਚੀਜ਼ ਨੂੰ ਲਿਫਟ ਕਰਨਾ, ਟਵਿਸਟਿੰਗ ਮੂਵਮੈਂਟਸ, ਈਵਨ ਹਾਊਸ ਵਾਈਫਸ ਦੇ ਵਿੱਚ ਜਿੱਦਾਂ ਵੈਨ ਦੇ ਆਰ ਕੁਕਿੰਗ, ਹੈ ਨਾ ਜੀ, ਉਹ ਜਿੱਦਾਂ ਉਹਨੂੰ ਸਟਰ ਕਰਨਾ, ਉਹਦੇ ਵਿੱਚ ਪ੍ਰੋਬਲਮ ਹੋ ਜਾਣੀ, ਕਿਸੇ ਚੀਜ਼ ਨੂੰ ਸਕਵੀਜ਼ ਕਰਨਾ, ਉਹਦੇ ਵਿੱਚ ਪ੍ਰੋਬਲਮ ਹੋਣੀ। ਤਾਂ ਉਹ ਇਹ ਸਾਰੀ ਪੇਨ ਜਿਹੜੀ ਆ ਉੱਥੇ ਰੇਡੀਏਟ ਕਰਦੀ ਹੈ ਔਰ ਤੁਹਾਨੂੰ ਫੀਲ ਹੋਣਾ ਸ਼ੁਰੂ ਹੋ ਜਾਂਦਾ ਕਿ ਤੁਹਾਡੀ ਗ੍ਰਿਪ ਜਿਹੜੀ ਆ ਐਜ਼ ਕੰਪੇਅਰ ਟੂ ਦੀ ਅਦਰ ਸਾਈਡ ਉਹ ਉਹਦੇ ਵਿੱਚ ਘੱਟ ਰਹੀ ਹੈਗੀ ਹੈ। ਸੋ ਇਹ ਜਿਹੜੇ ਫੈਕਟਰਸ ਨੇ ਇਹ ਇਹਨੂੰ ਤੰਗ ਕਰਦੇ ਹੈਗੇ ਆ। ਹਾਂਜੀ, ਬਿਲਕੁਲ ਠੀਕ ਹੈ। ਸੋ ਇਹ ਪ੍ਰੋਬਲਮ ਜਿਹੜੀ ਆ ਬਹੁਤ ਕਾਮਨਲੀ ਨਜ਼ਰ ਆਉਂਦੀ ਹੈ, ਪਰ ਐਟ ਦਾ ਸੇਮ ਟਾਈਮ ਅਸੀਂ ਇਹਨੂੰ ਇਗਨੋਰ ਵੀ ਕਰ ਦਿੰਦੇ ਹਾਂ। ਹਾਂਜੀ, ਸੋ ਉਹਦੇ ਕਰਕੇ ਥੋੜਾ ਜਿਹਾ ਵਰਸ ਹੋ ਜਾਂਦਾ ਕਿਉਂਕਿ ਸਾਨੂੰ ਲੱਗਦਾ ਹੈ ਕਿ ਵੈਸੇ ਹੀ ਪੇਨ ਹੋ ਰਿਹਾ, ਸ਼ਾਇਦ ਕੋਈ ਭਾਰਾ ਵਾਲਾ ਕੰਮ ਕਰ ਲਿਆ ਜਾਂ ਕੁਝ, ਹੈ ਨਾ। ਹਾਂਜੀ, ਉਹਦੇ 'ਚ ਇਹ ਚੀਜ਼ ਹੋ ਜਾਂਦੀ ਹੈ। ਅਸੀਂ ਆਮ ਕਰਕੇ ਸੋਚਦੇ ਹਾਂ ਕਿ ਸ਼ਾਇਦ ਮੈਂ ਗਰੋਸਰੀ ਬੈਗ ਲਿਫਟ ਕਰ ਲਏ ਹੋਣਗੇ। ਸੋ ਉਹਦੇ ਵਿੱਚ
ਜਿਹੜੀ ਇਹਦੇ ਵਿੱਚ ਐਡਵਾਈਸ ਕਰਨ ਵਾਲੀ ਚੀਜ਼ ਇਹ ਹੁੰਦੀ ਆ ਕਿ ਤੁਸੀਂ ਇਹ ਚੀਜ਼ ਨੂੰ ਨੋਟਿਸ ਕਰੋ ਕਿ ਤੁਹਾਨੂੰ ਕਿਹੜੇ ਐਂਗਲ ਤੋਂ ਲਿਫਟ ਕਰਨ 'ਚ ਪ੍ਰੋਬਲਮ ਹੋ ਰਹੀ ਹੈ। ਕਈ ਵਾਰੀ ਹੁੰਦਾ ਜਦੋਂ ਅਸੀਂ ਇਸ ਤਰ੍ਹਾਂ ਲਿਫਟ ਕਰ ਰਹੇ ਹਾਂ, ਸੋ ਇਫ ਦਿਸ ਇਜ਼ ਦ ਮੋਸ਼ਨ, ਉਹਦੇ ਵਿੱਚ ਸਾਰਾ ਜ਼ੋਰ ਜਿਹੜਾ ਐਕਸਟੈਂਸਰ ਗਰੁੱਪ ਦਾ ਲੱਗ ਰਿਹਾ ਤਾਂ ਉਹ ਤੁਹਾਨੂੰ ਬੋਦਰ ਕਰ ਰਹੀ ਹੈਗੀ। ਬਟ ਐਟ ਦ ਸੇਮ ਟਾਈਮ ਇਫ ਯੂ ਆਰ ਲਿਫਟਿੰਗ ਸਮਥਿੰਗ ਲਾਈਕ ਦਿਸ, ਜਿਹਦੇ ਵਿੱਚ ਤੁਸੀਂ ਬਾਈਸੈਪ ਨੂੰ ਜ਼ਿਆਦਾ ਇਨਵੋਲਵ ਕਰ ਲੈਂਦੇ ਹੋ ਤਾਂ ਉਦੋਂ ਪੇਨ ਉਹ ਘਟ ਜਾਂਦੀ ਹੈਗੀ। ਸੋ ਇਹ ਜਿਹੜਾ ਫੈਕਟਰ ਹੈ ਇਹ ਸੈਲਫ ਡਾਇਗਨੋਸ 'ਚ ਹੈਲਪ ਕਰ ਸਕਦਾ ਕਿ ਤੁਹਾਨੂੰ ਟੈਨਿਸ ਐਲਬੋ ਵਾਲੇ ਪਾਸੇ ਨੂੰ ਤਾਂ ਨਹੀਂ ਤੁਸੀਂ ਚੱਲ ਰਹੇ ਹੈਗੇ। ਸੋ ਇਹ ਜਿਹੜੀਆਂ ਚੀਜ਼ਾਂ ਨੇ ਤੰਗ ਕਰਦੀਆਂ ਹੈਗੀਆਂ ਜੀ। ਠੀਕ ਹੈ ਜੀ। ਤੇ ਇਹ ਤੇ ਹੋ ਗਿਆ ਇਹਨਾਂ ਦੇ ਸਿੰਪਟਮਸ, ਰਾਈਟ? ਸੋ ਇਹਦੇ ਕਿਹੜੇ ਅਸੀਂ ਹੁਣੇ ਜਿਵੇਂ ਦੱਸਿਆ ਕਿ ਰੈਪੀਟੇਟਿਵ ਮੂਵਮੈਂਟਸ ਜਿਹੜੇ ਜ਼ਿਆਦਾ ਕਰਦੇ ਨੇ ਉਹਨਾਂ ਦੇ ਵਿੱਚ ਇਹ ਜਿਹੜੀ ਹੈਗੀ ਹੈ ਜ਼ਿਆਦਾ ਟੈਨਿਸ ਐਲਬੋ ਦੀ ਸ਼ਿਕਾਇਤ ਹੁੰਦੀ ਹੈ। ਸੋ ਅਸੀਂ ਇਹਨੂੰ ਹੋਰ ਡਾਇਗਨੋਸ, ਅਸੀਂ ਜਦੋਂ ਡਾਕਟਰ ਕੋ ਜਾਂਦੇ ਹਾਂ, ਸੋ ਅਸੀਂ ਡਾਕਟਰ ਕਿਸ ਤਰ੍ਹਾਂ ਇਹਨੂੰ ਡਾਇਗਨੋਸ ਕਰਦੇ ਆ ਔਰ ਕਿਸ ਤਰ੍ਹਾਂ ਇਹਦੇ ਸਾਨੂੰ ਪਤਾ ਲੱਗ ਸਕਦਾ ਕਿ ਵਾਕਈ ਮੈਨੂੰ ਟੈਨਿਸ ਐਲਬੋ ਹੈਗੀ ਆ? ਇਹਦੇ 'ਚ ਨਾ ਜੀ ਕਮਲ ਜੀ 2-3 ਫੈਕਟਰਸ ਹੁੰਦੇ ਆ ਜੀ। ਪਹਿਲਾਂ ਤਾਂ ਅਸੀਂ ਇਹੀ ਦੱਸਦੇ ਹਾਂ ਕਿ ਇਫ ਯੂ ਆਰ ਐਕਸਪੀਰੀਐਂਸਿੰਗ ਐਲਬੋ ਪੇਨ ਤਾਂ ਉਹਨੂੰ ਘਰੇ ਵੀ ਤੁਸੀਂ ਹੈਲਪ ਕਰ ਸਕਦੇ ਹੋ। ਉਹਦਾ ਤਰੀਕਾ ਇਹ ਹੁੰਦਾ ਕਿ ਤੁਸੀਂ ਜਿਹੜੀ ਐਕਟੀਵਿਟੀ ਇਹਨੂੰ ਐਗਰਾਵੇਟ ਕਰ ਰਹੀ ਹੈ, ਜਿੱਦਾਂ ਮੈਂ ਕੋਈ ਚੀਜ਼ ਲਿਫਟ ਕਰ ਰਿਹਾ, ਮੈਂ ਟਵਿਸਟ ਕਰ ਰਿਹਾ, ਜਾਂ ਕੁਕਿੰਗ ਦੇ ਵਿੱਚ ਹੋ ਰਹੀ ਹੈ, ਜਾਂ ਯੂਟੈਂਸਿਲ ਵਾਸ਼ ਕਰਨ ਲੱਗਿਆ ਹੋ ਰਹੀ ਹੈ, ਤਾਂ ਤੁਸੀਂ ਉਸ ਐਕਟੀਵਿਟੀ ਨੂੰ ਥੋੜਾ ਘਟਾ ਦਿਓ। ਠੀਕ ਹੈ ਜੀ। ਥੋੜਾ ਰੈਸਟ ਵਾਲੇ ਪਾਸੇ ਨੂੰ ਜਾਓ, ਆਈਸਿੰਗ ਕਰ ਸਕਦੇ ਹੋ। ਔਨ ਦਾ ਕਾਊਂਟਰ ਜਿਹੜੀਆਂ ਪਿਲਸ ਮਿਲਦੀਆਂ ਜਿਨ੍ਹਾਂ ਦੇ ਵਿੱਚ ਐਡਵਿਲਸ, ਅਲੀਵ ਐਂਡ ਆਲ ਦੋਸ ਐਂਟੀ ਇਨਫਲੇਮੇਟਰੀਜ਼ ਹੈਗੀਆਂ, ਥੀਸ ਆਰ ਆਲ ਨਾਨ ਸਟੀਰੋਇਡਲ ਐਂਟੀ ਇਨਫਲੇਮੇਟਰੀਜ਼, ਜਿਹੜੀਆਂ ਔਨ ਕਾਊਂਟਰ ਵੀ ਮਿਲਦੀਆਂ ਮਾਈਲਡ ਡੋਜ਼ਸ ਦੇ ਵਿੱਚ, ਤੁਸੀਂ ਉਹ ਵੀ ਟਰਾਈ ਕਰ ਸਕਦੇ ਹੋ। ਸੋ ਨਾਰਮਲੀ ਇਹ ਹੁੰਦਾ ਜੀ ਕਿ ਜੇ ਤਾਂ ਇਹ ਇਨੀਸ਼ੀਅਲ ਸਟੇਜ ਦੇ ਵਿੱਚ ਹੈਗਾ ਤਾਂ ਇਹਨੇ ਵਿਦਿਨ ਅ ਵੀਕਸ ਟਾਈਮ ਇਹ ਆਪਣੇ ਆਪ ਹੌਲੀ ਹੌਲੀ ਸਬਸਾਈਡ ਹੋ ਜਾਏਗਾ। ਠੀਕ ਹੈ ਜੀ। ਲੈਟਸ ਸੇ ਇਹ ਹਫਤਾ ਤੁਸੀਂ ਸਾਰਾ ਕੁਝ ਕਰ ਲਿਆ ਔਰ ਇਹ ਨਹੀਂ ਹੈਲਪ ਕਰ ਰਿਹਾ ਹੈਗਾ, then you can see the doctor, ਔਰ ਡਾਕਟਰਸ ਉਹਦੇ ਵਿੱਚ ਵੀ ਤੁਹਾਨੂੰ ਇਹੀ ਚੀਜ਼ਾਂ ਐਡਵਾਈਸ ਕਰਨਗੇ ਕਿ ਆਹ ਇਮੋਸ਼ਨਸ ਨੂੰ ਪ੍ਰੀਵੈਂਟ ਕਰੋ, ਇਹ ਐਗਰੀਵੇਟ ਕਰ ਰਹੇ ਇਹਨਾਂ ਦਾ ਕੰਟਰੋਲ ਕਰੋ, ਪਲੱਸ ਉਹ ਤੁਹਾਨੂੰ ਥੋੜੀਆਂ ਸਟਰੋਂਗ ਐਂਟੀ ਇਨਫਲੇਮੇਟਰੀਜ਼ ਦੇ ਸਕਦੇ ਆ। ਨੈਕਸਟ ਸਟੇਜ ਹੁੰਦੀ ਹੈ ਦੇ ਕੈਨ ਗੋ ਫॉर ਦੀ ਡਾਇਗਨੋਸਿਸ। ਉਹਦੇ ਵਿੱਚ ਐਕਸ-ਰੇ, ਅਲਟਰਾਸਾਊਂਡਸ ਹੁੰਦੇ ਨੇ। ਐਕਸ-ਰੇ 'ਚ ਬਹੁਤਾ ਕੁਝ ਖਾਸ ਆਉਂਦਾ ਨਹੀਂ ਹੈਗਾ ਜੀ ਇਹਦੇ ਵਿੱਚ, ਕਿਉਂਕਿ देयर इज नो ਕੋਈ ਫ੍ਰੈਕਚਰ ਹੈ ਨਹੀਂ ਹੈ ਇਸ ਕੰਡੀਸ਼ਨ 'ਚ, ਸੋ ਇਟ ਕਮਸ ਐਜ਼ ਪ੍ਰੀਟੀ ਮਚ ਨਾਰਮਲ ਹੀ ਹੁੰਦਾ। ਐਂਡ ਈਵਨ ਡਾਕਟਰਸ ਵੀ ਕਹਿ ਦਿੰਦੇ ਕਿ ਐਕਸ-ਰੇ ਤੁਹਾਡਾ ਨਾਰਮਲ ਹੈ, ਸੋ ਜਸਟ ਟੇਕ ਰੈਸਟ, ਇਟ ਵਿਲ ਗੋ ਬਾਈ ਇਟਸੈਲਫ। ਨੈਕਸਟ ਅਗਰ ਉਹ ਪ੍ਰੀਵੈਲੈਂਟ ਰਹਿੰਦਾ ਹੈਗਾ, ਸੋ ਦੇ ਕੈਨ ਸੁਜੈਸਟ ਯੂ ਫॉर ਐਨ ਅਲਟਰਾਸਾਊਂਡ। ਅਲਟਰਾਸਾਊਂਡ ਦੇ ਵਿੱਚ ਜੀ ਹੁੰਦਾ ਹੈ ਕਿ ਸੌਫਟ ਟਿਸ਼ੂ ਚੈੱਕ ਹੁੰਦਾ ਸਾਰਾ। ਉਹਦੇ ਵਿੱਚ ਜਿਹੜਾ ਐਕਸਟੈਂਸਰ ਟੈਂਡਨ ਅਸੀਂ ਗੱਲ ਕਰ ਰਹੇ ਹਾਂ, ਜਿਹਦੀ ਓਰੀਜਨ ਉੱਥੇ ਹੈਗੀ ਆ ਲੇਟਲ ਐਪੀਕੰਡਾਈਲ ਦੇ ਉੱਤੇ, ਉਹਦਾ ਅਲਟਰਾਸਾਊਂਡ ਕੀਤਾ ਜਾਂਦਾ ਠੀਕ ਹੈ ਜੀ। ਉਹਦੇ ਵਿੱਚ ਮੈਂ ਇੱਕ ਸਲਾਈਡ ਹੁਣੇ ਆਪਣੇ ਵਿਊਵਰਸ ਨੂੰ ਸ਼ੋ ਕਰਾਂਗੇ। ਉਹਦੇ ਵਿੱਚ ਮਾਈਕਰੋ ਟੀਅਰਸ ਆਉਂਦੇ ਹੈਗੇ ਆ। ਓਕੇ। ਉਹ ਜਿਹੜੇ ਟੀਅਰਸ ਨੇ ਅੱਜ ਜਿੱਦਾਂ ਤੁਸੀਂ ਦੇਖ ਰਹੇ ਹੋ, ਉਹ ਪੁਆਇੰਟ ਜਿਹੜਾ ਡਾਟਡ ਸਪੌਟ ਹੈਗਾ, ਦੈਟ ਇਜ਼ ਦੀ ਓਰੀਜਨ। ਉਹ ਲੇਟਲ ਐਪੀਕੰਡਾਈਲ ਹੈ ਜਿੱਥੋਂ ਟੈਂਡਨਸ ਸ਼ੁਰੂ ਹੋ ਰਹੇ ਨੇ ਮਸਲਸ ਦੇ ਵਾਸਤੇ, ਔਰ ਉਹਨਾਂ ਦੇ ਵਿੱਚ ਅਗਰ ਉਹ ਜਿਹੜਾ ਅਸੀਂ ਇਨਲਾਰਜ ਮੈਗਨੀਫਾਈ ਕੀਤਾ ਹੋਇਆ, ਉਹ ਤੁਸੀਂ ਦੇਖ ਰਹੇ ਹੋ ਮਾਈਕਰੋ ਟੀਅਰਸ ਹੈਗੇ ਨੇ। ਉਹ ਕ੍ਰੈਕਿੰਗ ਹੋ ਜਾਂਦੀ ਹੈ ਜੀ। ਓਵਰ ਯੂਜ਼ ਇੰਜਰੀ ਅਸੀਂ ਇਹਨੂੰ ਕਹਿ ਦਿੰਦੇ ਹਾਂ, ਰੈਪੀਟੇਟਿਵ ਯੂਜ਼ ਇੰਜਰੀ ਅਸੀਂ ਕਹਿ ਦਿੰਦੇ ਹਾਂ, ਰੈਪੀਟੇਟਿਵ ਸਟ੍ਰੇਨ ਇੰਜਰੀ ਨੂੰ ਅਸੀਂ ਕਹਿ ਦਿੰਦੇ ਹਾਂ। ਸੋ ਉਹ ਜਿਹੜੇ ਮਾਈਕਰੋ ਟੀਅਰਸ ਨੇ ਉਹ ਅਲਟਰਾਸਾਊਂਡ ਸਮਟਾਈਮਸ ਆ ਜਾਂਦੇ ਆ ਜੀ। ਠੀਕ ਹੈ ਜੀ। ਅਲਟਰਾਸਾਊਂਡ ਦੇ ਵਿੱਚ ਦੇ ਆਲਵੇਜ਼ ਸੇ there is an inflammation, there is the term which I am using epicondylitis, ਉੱਥੇ ਲਿਖਿਆ ਹੋਊਗਾ lateral epicondylitis। ਅਗਰ ਇਹ ਜ਼ਿਆਦਾ ਵਰਸ ਹੋ ਜਾਂਦੀ ਹੈ ਤਾਂ ਉਹਦੇ ਵਿੱਚ ਸਮਟਾਈਮਸ ਪਾਰਸ਼ਲ ਥਿਕਨੈਸ ਟੀਅਰ ਵੀ ਹੁੰਦਾ, ਜਿੱਦਾਂ ਅਸੀਂ ਉਹਨੇ ਸ਼ੋ ਕੀਤਾ, ਉਹ ਕ੍ਰੈਕਸ ਹੋਏ ਹੋਏ ਨੇ। ਸੋ ਉਹ ਅਲਟਰਾਸਾਊਂਡ ਦੇ ਵਿੱਚ ਕਲੀਅਰਲੀ ਡਾਇਗਨੋਸ ਹੋ ਜਾਂਦਾ ਜੀ। ਵਨਸ ਦਿਸ ਹੈਜ਼ ਬੀਨ ਡਾਇਗਨੋਸ, ਯੈਸ ਇਟ ਇਜ਼ ਕਲੀਅਰਲੀ ਇੰਡੀਕੇਟਰ ਕਿ ਇਹ ਟੈਨਿਸ ਐਲਬੋ ਦੀ ਪ੍ਰੋਬਲਮ ਹੈਗੀ ਆ। ਔਰ ਫਿਰ ਉਹਨਾਂ ਨੂੰ ਫਿਜ਼ੀਓਥੈਰੇਪੀ ਵਾਲੀ, ਕਿਉਂਕਿ ਇੱਕ ਫਿਜ਼ੀਓਥੈਰੇਪੀ ਆਈ ਥਿੰਕ ਵਿਲ ਹੈਲਪ them to heal better and quick, right? ਜੀ ਉਹਦੇ ਚ ਫਿਜ਼ੀਓਥੈਰੇਪੀ ਤੁਹਾਡੇ ਡਾਕਟਰਸ ਹੀ ਰਿਕਮੈਂਡ ਕਰ ਦਿੰਦੇ ਆ ਕਿ ਓਕੇ ਗੋ ਫॉर ਦਾ ਫਿਜ਼ੀਓਥੈਰੇਪੀ। ਪਹਿਲਾਂ ਉਹਨਾਂ ਦੇ ਕੋਲ ਥੈਰੇਪਿਸਟ ਨੂੰ ਦਿਖਾਓ, ਜਾ ਕੇ ਉਹਨਾਂ ਦੇ ਨਾਲ ਐਕਸਰਸਾਈਜ਼ਸ ਕਰੋ। ਪ੍ਰੋਬਲਮ ਇਹ ਹੋ ਰਹੀ ਹੁੰਦੀ ਹੈ ਜੀ ਕਿ ਜਦੋਂ ਨੂੰ ਤੁਸੀਂ ਇਸ ਸਟੇਜ ਤੇ ਪਹੁੰਚਦੇ ਹੈਗੇ ਹੋ, ਉਦੋਂ ਇਹ ਆਲਰੇਡੀ ਇੱਕ ਲੈਵਲ ਅਪ ਹੋ ਜਾਂਦਾ ਹੈਗਾ, ਔਰ ਤੁਹਾਡੀ ਮਸਲ ਦੀ ਸਟਰੈਂਥ ਘਟ ਗਈ ਹੁੰਦੀ ਹੈ, ਤੁਹਾਡੀ ਫੋਰਆਰਮ ਦੀ ਸਟਰੈਂਥ ਘਟੀ ਹੁੰਦੀ ਹੈ, ਗ੍ਰਿਪ ਕਰਨ 'ਚ ਪ੍ਰੋਬਲਮ ਆ ਰਹੀ ਹੁੰਦੀ ਹੈ, ਪੇਨ ਬਹੁਤ ਜ਼ਿਆਦਾ ਹੋ ਰਹੀ ਹੁੰਦੀ ਹੈ। ਤਾਂ ਉਹਦੇ ਵਿੱਚ ਫਿਰ ਡਾਕਟਰ ਸੁਜੈਸਟ ਕਰਦੇ ਆ ਕਿ ਤੁਸੀਂ ਥੈਰੇਪਿਸਟ ਕੋਲ ਜਾਓ। ਦੇ ਵਿਲ ਗਾਈਡ ਯੂ ਵਿਦ ਸਟ੍ਰੈਚਿੰਗਸ, ਸਟਰੈਂਥਨਿੰਗ ਐਕਸਰਸਾਈਜ਼ਸ। ਅਗਰ ਉਹ ਚੀਜ਼ ਨਹੀਂ ਹੈਲਪ ਕਰਦੀ ਤਾਂ ਫਿਰ ਨੈਕਸਟ ਸੌਟ ਦੇ ਉੱਤੇ ਉਹ ਇੰਜੈਕਸ਼ਨ ਵੀ ਐਡਵਾਈਸ ਕਰਦੇ ਹੈਗੇ। ਐਂਡ ਬਹੁਤ ਰੇਅਰ ਕੇਸਿਸ ਦੇ ਵਿੱਚ ਹੈ ਜੀ ਕਿ ਅਗਰ ਇਹ 6 ਮਹੀਨੇ ਤੋਂ ਜ਼ਿਆਦਾ, 8 ਮਹੀਨੇ ਤੋਂ ਜ਼ਿਆਦਾ ਪ੍ਰੋਬਲਮ ਨੂੰ ਹੋ ਗਏ ਨੇ ਔਰ ਇਹ ਸਾਰੀਆਂ ਚੀਜ਼ਾਂ ਦੇ ਨਾਲ ਹੈਲਪ ਨਹੀਂ ਹੋ ਰਹੀ, ਤਾਂ ਦੈਨ ਦੇ ਆਸਕ ਯੂ ਟੂ ਗੋ ਫॉर ਅ ਸਰਜਰੀ ਵਿਚ ਇਜ਼ ਵੈਰੀ ਲੈਸ ਰੇਅਰ ਹੁੰਦੀ ਹੈ, ਕਿਉਂਕਿ ਨਾਰਮਲੀ ਪ੍ਰੀਕਾਸ਼ਨਸ ਨਾਲ, ਥੈਰੇਪੀ ਦੇ ਨਾਲ, ਸਟਰੈਂਥਨਿੰਗ ਐਂਡ ਸਟ੍ਰੈਚਿਸ ਐਕਸਰਸਾਈਜ਼ਸ ਦੇ ਨਾਲ ਇਹ ਚੀਜ਼ ਜਿਹੜੀ ਆ ਕਾਫੀ ਹੱਦ ਤੱਕ
ਹੈਲਪਫੁਲ ਹੋ ਜਾਂਦਾ ਜੀ ਇਹ ਸਾਰੀਆਂ ਦੇ ਵਿੱਚ। ਸੋ ਫਿਜ਼ੀਓਥੈਰੇਪੀ ਦੇ ਵਿੱਚ ਮਨਜਿੰਦਰ ਜੀ ਅਸੀਂ ਕਈ ਪੇਸ਼ੈਂਟਸ ਨੂੰ ਸ਼ੌਕ ਵੇਵ ਵੀ ਦਿੰਦੇ ਆ ਜੀ ਇਹਦੇ ਵਿੱਚ, ਲਾਈਕ ਜਿਨ੍ਹਾਂ ਦੀ ਟੈਨਿਸ ਐਲਬੋ ਹੈਗੀ ਆ, ਉਹ ਮਤਲਬ ਜੇ ਲੇਟਰਲ ਸਟੇਜ ਤੇ ਨੇ ਤੇ ਅਸੀਂ ਉਹਨਾਂ ਨੂੰ ਸ਼ੌਕ ਵੇਵ ਕਿਸ ਤਰ੍ਹਾਂ ਹੈਲਪ ਆਪਾਂ ਕਰਦੇ ਹਾਂ? ਸ਼ੌਕ ਵੇਵ ਥੀਸ ਆਰ ਦ ਹਾਈ ਇੰਟੈਂਸਿਟੀ ਵੇਵਸ ਜੀ। ਸ਼ੌਕ ਵੇਵ ਦੇ ਕਾਫੀ ਬੈਟਰ ਰਿਜ਼ਲਟਸ ਨੇ ਇਹਦੇ ਵਿੱਚ, ਕਲੀਨਿਕਲੀ ਪ੍ਰੂਵਡ ਨੇ ਜੀ ਉਹ, ਹੈ ਨਾ। ਕਨਵੈਨਸ਼ਨਲ ਥੈਰੇਪੀ ਵੀ ਹੁੰਦੀ ਹੈ, ਦੇਰ ਆਰ ਸਰਟਨ ਪੈਰਾਮੀਟਰਸ ਇਨ ਫਿਜ਼ੀਓਥੈਰੇਪੀ। ਉਹ ਹਮੇਸ਼ਾ ਮੈਂ ਦੱਸਦਾ ਜੀ ਕਿ ਤੁਹਾਡੇ ਪ੍ਰੋਫੈਸ਼ਨਲ ਦਾ ਕੰਮ ਹੈ ਉਹ ਡਾਇਗਨੋਸ ਕਰਨਾ ਔਰ ਦੇਖਣਾ ਕਿ ਤੁਸੀਂ ਕਿਹੜੇ ਲੈਵਲ ਤੇ ਸੈੱਟ ਹੋ ਰਹੇ ਹੈਗੇ ਹੋ, ਲਾਈਕ ਵਿਚ ਕਿਹੜੇ ਲੈਵਲ ਤੇ ਤੁਸੀਂ ਫਿਟ ਬੈਠਦੇ ਹੋ ਕਿਹੜੀ ਥੈਰੇਪੀ ਵਾਸਤੇ। ਥੈਰੇਪੀ ਦੇ ਵਿੱਚੋਂ ਜੀ ਦੇਰ ਇਜ਼ ਇਲੈਕਟ੍ਰੋਥੈਰੇਪੀ, ਜਿਹਦੇ ਵਿੱਚ ਮਸਲ ਸਟਿਮੂਲੇਸ਼ਨਸ ਹੁੰਦੀਆਂ ਨੇ, ਅਲਟਰਾਸਾਊਨਿਕ ਯੂਜ਼ ਹੁੰਦੀਆਂ ਨੇ, ਐਂਡ ਦੈਨ ਦੇ ਗੋ ਵਿਦ ਦ ਵੇਟ ਟ੍ਰੇਨਿੰਗਸ, ਜਿਹਦੇ ਵਿੱਚ ਇੱਕ ਗਾਈਡਡ ਪ੍ਰੋਟੋਕਾਲ ਦੇ ਨਾਲ ਉਹ ਤੁਹਾਨੂੰ ਸਟਰੈਂਥਨਿੰਗ ਸਟ੍ਰੈਚਿੰਗ ਐਕਸਰਸਾਈਜ਼ਸ ਦੱਸਦੇ ਨੇ। ਔਰ ਫਿਰ ਸ਼ੌਕ ਵੇਵ ਹੁੰਦੀ ਹੈ ਜੀ। ਉਹ ਹਮੇਸ਼ਾ ਬੈਸਟ ਤਰੀਕਾ ਜੋ ਪ੍ਰੋਫੈਸ਼ਨਲਸ ਕਰਦੇ ਹੈਗੇ ਨੇ, ਉਹ ਤੁਹਾਡੇ ਡਾਕਟਰ ਦੇ ਕੋਲੋਂ ਜਦੋਂ ਅਲਟਰਾਸਾਊਂਡ ਹੋ ਜਾਂਦਾ ਹੈ ਉਹਦੀ ਰਿਪੋਰਟ ਮੰਗਵਾ ਲੈਂਦੇ ਨੇ, ਐਂਡ ਦੈਨ ਦੇ ਸੀ ਕਿ ਕੀ ਕੰਡੀਸ਼ਨ ਚੱਲ ਰਹੀ ਹੈ। ਉੱਥੇ ਬਹੁਤ ਜ਼ਿਆਦਾ ਟੀਅਰ ਤੇ ਨਹੀਂ ਹੈ, ਪਰ ਜਿਹੜੀਆਂ ਸ਼ੌਕ ਵੇਵਸ ਨੇ ਉਹ ਕੁਝ ਸੈਸ਼ਨਸ ਦੇ ਨਾਲ ਹੀ ਉਹਦੇ ਨਾਲ ਹੈਲਪ ਹੋ ਜਾਂਦੀ ਹੈ। ਈਵਨ 3 ਸੈਸ਼ਨਸ ਜੋ ਕਲੀਨਿਕਲੀ ਵੀ ਪ੍ਰੂਵਡ ਹੈ, ਔਰ ਕਲੀਨਿਕ ਤੇ ਜਿਹੜੇ ਸਾਡੇ ਪ੍ਰੋਵਾਈਡਰਸ ਨੇ ਜਦੋਂ ਉਹ ਟ੍ਰੀਟਮੈਂਟਸ ਕਰਦੇ ਨੇ ਐਂਡ ਦੇ ਗਿਵ ਅਸ ਦ ਫੀਡਬੈਕ ਐਜ਼ ਵੈਲ ਕਿ 3 ਤੋਂ 4 ਸੈਸ਼ਨਸ ਦੇ ਵਿੱਚ ਗ੍ਰਿਪਸ ਵਾਪਸ ਆ ਜਾਂਦੀਆਂ, ਪੇਨਸ ਘਟ ਜਾਂਦੀਆਂ ਹੈਗੀਆਂ, ਐਂਡ ਦੈਨ ਦੇ ਪੁੱਟ them on the ਐਕਸਰਸਾਈਜ਼ ਪ੍ਰੋਟੋਕਾਲ ਦੇ ਉੱਤੇ ਚਲਾ ਜਾਂਦਾ। ਸੋ ਇਹ ਇੱਕ ਗਾਈਡਡ ਐਂਡ ਪਲੈਨਡ ਟ੍ਰੀਟਮੈਂਟ ਹੈਗਾ ਜੀ। ਇਸ ਤਰ੍ਹਾਂ ਨਹੀਂ ਹੁੰਦਾ ਕਿ ਤੁਸੀਂ ਆਏ ਪਹਿਲਾਂ ਆਹ ਟਰਾਈ ਕਰ ਲੈਂਦੇ ਆ, ਪਹਿਲਾਂ ਆਹ ਟਰਾਈ, ਇਟਸ ਨਾਟ ਹਿਟ ਐਂਡ ਟਰਾਇਲ, ਬਟ ਐਟ ਦ ਸੇਮ ਟਾਈਮ ਇਟ ਹੈਜ਼ ਟੂ ਬੀ ਡਨ ਬਾਏ ਦ ਪ੍ਰੋਫੈਸ਼ਨਲ। ਉਹ ਪ੍ਰੋਪਰਲੀ ਉਹਨਾਂ ਨੂੰ ਪਲਾਨ ਸੈੱਟ ਕਰਦੇ ਨੇ ਪੇਸ਼ੈਂਟ ਦੇ ਨਾਲ, ਤਾਂ ਫਿਰ ਉਹ ਹੈਲਪ ਕਰਦੀ ਹੈ। ਬਿਲਕੁਲ, ਹਾਂਜੀ। ਅਸੀਂ ਕਲੀਨਿਕ ਤੇ ਹਮੇਸ਼ਾ ਆਪਣੇ ਇੱਕ ਪਲਾਨ ਸੈਟਅਪ ਕਰਦੇ ਹਾਂ, ਪ੍ਰੋਟੋਕੋਲ ਸੈੱਟ ਕਰਦੇ ਹਾਂ, ਜਿਹਦੇ ਵਿੱਚ ਸਾਡੇ ਹੁੰਦੇ ਆ ਕਿ ਅਸੀਂ ਕਿੰਨੇ ਦਿਨਾਂ 'ਚ ਕੀ ਅਚੀਵ ਕਰ ਸਕਦੇ ਹਾਂ। ਇਟਸ ਆਲਵੇਜ਼ ਅਕੋਰਡਿੰਗ ਟੂ ਅ ਪੇਸ਼ੈਂਟ, ਕਿ ਪੇਸ਼ੈਂਟ ਕਿਸ ਸਟੇਜ ਤੇ ਆਇਆ ਹੈਗਾ ਔਰ ਕਿੰਨੀ ਕੁ ਉਹਨਾਂ ਦੀ ਅਸੀਂ ਟ੍ਰੀਟਮੈਂਟ ਕਿਸ ਤਰ੍ਹਾਂ ਕਰ ਸਕਦੇ ਹਾਂ। ਸੋ ਮਨਜਿੰਦਰ ਜੀ, ਆਈ ਥਿੰਕ ਬ੍ਰੇਕ ਦਾ ਟਾਈਮ ਆ ਰਿਹਾ, ਸੋ ਅਸੀਂ ਬ੍ਰੇਕ ਤੋਂ ਬਾਅਦ ਫਿਰ ਆਪਣੇ ਸਰੋਤਿਆਂ ਨੂੰ ਹੋਰ ਇਨਫੋਰਮੇਸ਼ਨ ਦੇਵਾਂਗੇ ਰਿਗਾਰਡਿੰਗ ਟੈਨਿਸ ਐਲਬੋ। ਥੈਂਕ ਯੂ ਜੀ। ਵੈਲਕਮ ਬੈਕ ਆਫਟਰ ਦ ਬ੍ਰੇਕ ਜੀ। ਸੋ ਬ੍ਰੇਕ ਤੋਂ ਜਾਣ ਤੋਂ ਪਹਿਲੇ ਅਸੀਂ ਡਿਸਕਸ ਕਰ ਰਹੇ ਸੀ ਟੈਨਿਸ ਐਲਬੋ ਬਾਰੇ, ਕੀ ਸਿੰਪਟਮਸ ਹੁੰਦੇ ਨੇ ਔਰ ਕਿਸ ਤਰ੍ਹਾਂ ਫਿਜ਼ੀਓਥੈਰੇਪੀ ਟੈਨਿਸ ਐਲਬੋ ਦੇ ਵਿੱਚ ਹੈਲਪ ਕਰਦੀ ਹੈ। ਸੋ ਮਨਜਿੰਦਰ ਜੀ, ਅਸੀਂ ਹੋਰ ਆਪਣੇ ਵਿਊਅਰਸ ਨੂੰ ਥੋੜ੍ਹਾ ਗਾਈਡ ਕਰੀਏ ਕਿ ਕੀ ਚੀਜ਼ਾਂ ਹੋਰ ਹੈਲਪ ਕਰ ਸਕਦੀਆਂ ਜੇ ਸਾਡੇ ਵਿਊਅਰਸ ਨੂੰ ਲੱਗ ਰਿਹਾ ਕਿ ਉਹਨਾਂ ਨੂੰ ਟੈਨਿਸ ਐਲਬੋ ਦੀ ਪ੍ਰੋਬਲਮ ਨਾ ਹੋਵੇ। ਸੋ ਕੀ ਹੋਰ ਹੈਲਪ ਕਰ ਸਕਦਾ ਉਹਨਾਂ ਨੂੰ? ਕਮਲ ਜੀ, ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਇੰਪੋਰਟੈਂਟ ਹੈਗਾ ਕਿ ਜਿੱਦਾਂ ਆਪਾਂ ਗੱਲ ਪਹਿਲੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਕਰ ਰਹੇ ਸੀਗੇ ਕਿ ਤੁਸੀਂ ਪਹਿਲਾਂ ਇਹਨੂੰ ਸੈਲਫ ਐਨਾਲਾਈਜ਼ ਕਰੋ ਕਿ ਕਿਹੜੀਆਂ ਮੂਵਮੈਂਟਸ ਦੇ ਵਿੱਚ ਔਰ ਕੀ ਪਾਰਟਿਕੂਲਰਲੀ ਉਸ ਪੁਆਇੰਟ ਤੇ ਪੇਨ ਹੋ ਰਹੀ ਹੈ। ਠੀਕ ਹੈ। ਨਾਰਮਲੀ ਕੀ ਹੁੰਦਾ ਕਿ ਇੱਥੇ ਇੱਕ ਸਪੌਟ ਜਿਹੜਾ ਆਪਾਂ ਗੱਲ ਕਰ ਰਹੇ ਸੀਗੇ, ਲੇਟਰਲ ਐਪੀਕੰਡਾਈਲ ਜਿਹਨੂੰ ਕਹਿੰਦੇ ਆ, ਅਗਰ ਆਪਾਂ ਇਹਨੂੰ ਲੇਮੈਨ ਲੈਂਗੁਏਜ ਗੱਲ ਕਰੀਏ, ਜਿਹੜੀ ਕੂਹਣੀ ਦੀ ਅੱਖ ਹੁੰਦੀ ਆ, ਉਹ ਇੱਕ ਪੁਆਇੰਟ ਬਹੁਤ ਟੈਂਡਰ ਹੋ ਜਾਂਦਾ ਜੀ। ਠੀਕ ਹੈ। ਅੱਛਾ, ਉਹ ਜਦੋਂ ਤੁਸੀਂ ਉਹਨੂੰ ਪ੍ਰੈਸ ਕਰਦੇ ਹੋ ਤੁਹਾਨੂੰ ਫੀਲ ਹੁੰਦਾ, ਜਾਂ ਘਰ ਦੇ ਵਿੱਚ ਕੋਈ ਹੋਰ ਮੈਂਬਰ ਹੈ ਅਗਰ ਉਹ ਉਹਨੂੰ ਪ੍ਰੈਸ ਕਰਦਾ, ਤੁਸੀਂ ਕਰਵਾ ਸਕਦੇ ਹੋ, ਇਟ ਵਿਲ ਬੀ ਵੈਰੀ ਸ਼ਾਰਪ ਐਂਡ ਸ਼ੂਟਿੰਗ ਪੇਨ। ਸੋ ਉਹ ਇੰਡੀਕੇਟ ਕਰਦਾ ਕਿ ਇੱਥੇ ਇਨਫਲੇਮੇਸ਼ਨ ਹੈਗੀ ਆ, ਦੇਰ ਇਜ਼ ਸਮਥਿੰਗ ਰੋਂਗ ਗੋਇੰਗ ਔਨ। ਫਿਰ ਇੱਕ ਹੋਰ ਚੀਜ਼ ਨਾਲ ਤੁਸੀਂ ਐਨਾਲਾਈਜ਼ ਕਰ ਸਕਦੇ ਹੋ, ਉਹ ਹੈਗੀ ਹੈ ਟਵਿਸਟ ਕਰਕੇ ਮੂਵਮੈਂਟ ਕਰਨ ਦੀ ਕੋਸ਼ਿਸ਼। ਸੋ ਅਗਰ ਤੁਸੀਂ ਰਿਸਟ ਨੂੰ ਉੱਪਰ ਕਰ ਰਹੇ ਹੋ ਕੋਈ ਚੀਜ਼ ਨੂੰ ਪਕੜ ਕੇ ਔਰ ਤੁਹਾਡੇ ਇਸ ਸੈਕਸ਼ਨ 'ਚ ਪੇਨ ਆ ਰਹੀ ਹੈਗੀ ਆ, ਤਾਂ ਉਹ ਵੀ ਇੱਕ ਤਰ੍ਹਾਂ ਦਾ ਇੰਡੀਕੇਟਰ ਹੈਗਾ ਕਿ ਦੇਅਰ ਮਾਈਟ ਬੀ ਅ ਟੈਨਿਸ ਐਲਬੋ। ਠੀਕ ਹੈ ਜੀ। ਹੁਣ ਇਹ ਤਾਂ ਹੋ ਗਈ ਜੀ ਕਿ ਆਪਣੇ ਆਪ ਨੂੰ ਥੋੜਾ ਜਿਹਾ ਐਨਾਲਾਈਜ਼ ਕਰਨ ਵਾਸਤੇ। ਅਗਰ ਇਦਾਂ ਦੀ ਕੋਈ ਚੀਜ਼ ਹੋ ਰਹੀ ਹੈ ਜਾਂ ਵੈਸੇ ਵੀ ਤੁਹਾਡੀ ਐਲਬੋ ਦੇ ਵਿੱਚ ਪੇਨ ਹੋ ਰਹੀ ਹੈਗੀ ਆ, ਤਾਂ ਬੈਸਟ ਤਰੀਕਾ ਹੁੰਦਾ ਜੀ ਉਹਦੀ ਆਈਸਿੰਗ ਕਰਨ ਦਾ। ਠੀਕ ਹੈ ਜੀ। ਆਈਸ ਪੈਕ ਜਿਹੜੇ ਨੇ ਉਹ ਬੜੇ ਇੰਪੋਰਟੈਂਟ ਨੇ, ਔਰ ਉਹਨਾਂ ਨੂੰ ਕਰਨ ਦਾ ਤਰੀਕਾ ਨਾਰਮਲੀ ਕੀ ਹੁੰਦਾ ਜੀ ਕਿ ਅਸੀਂ ਨਾ ਬ੍ਰਿਕ ਵਾਲਾ ਜਿੱਦਾਂ ਹਾਰਡ ਆਈਸ ਪੈਕਸ ਹੁੰਦੇ ਨੇ ਉਹ ਯੂਜ਼ ਕਰਦੇ ਹਾਂ, ਉਹਨਾਂ ਨੂੰ ਥੋੜਾ ਜਿਹਾ ਰੱਖਦੇ ਹਾਂ, ਨਾ ਤਾਂ ਪ੍ਰੋਪਰਲੀ ਉਸ ਏਰੀਆ ਨੂੰ ਕਵਰ ਕਰਦੇ ਹੈਗੇ ਤੇ ਨਾ ਪ੍ਰੋਪਰਲੀ ਉਹਦੀ ਆਈਸਿੰਗ ਹੋ ਪਾਉਂਦੀ ਹੈ। ਔਰ ਕਈ ਵਾਰੀ ਤਾਂ ਇਹ ਹੁੰਦਾ ਜੀ ਕਿ ਕਲਾਇੰਟਸ ਡਾਇਰੈਕਟਲੀ ਉਹਨੂੰ ਸਕਿਨ ਤੇ ਲਗਾ ਦਿੰਦੇ ਆ ਔਰ ਕੁਝ ਟਾਈਮ ਤੋਂ ਬਾਅਦ ਉਹ ਇੱਕਦਮ ਬਹੁਤ ਠੰਡਾ ਲੱਗਦਾ ਐਂਡ ਦੈਨ ਦੇ ਜਸਟ ਡਿਸਕਾਰਡ ਇਟ। ਔਰ ਉਹਦੇ ਨਾਲ ਫਰੋਸਟ ਵੀ ਅਸੀਂ ਦੇਖਿਆ, ਹਾਂਜੀ, ਫਰੋਸਟ ਬਾਈਟ ਹੋ ਜਾਂਦੀ ਹੈ। ਉਹ ਹੋ ਸਕਦੀ ਹੈ ਜੀ, ਕਿਉਂਕਿ ਆਈਸ ਨੇ ਨਾ ਨੰਬ ਕਰ ਦੇਣਾ, ਠੰਡਾ ਸੁੰਨ ਕਰ ਦੇਣਾ ਹੈਗਾ, ਤੁਹਾਨੂੰ ਪਤਾ ਨਹੀਂ ਲੱਗਣਾ ਕਿ ਉਸ ਥੋੜੇ ਟਾਈਮ ਤੋਂ ਬਾਅਦ ਕਿ ਉਹ ਕਿੱਦਾਂ ਹੈਗਾ। ਸੋ ਮੈਂ ਉਹਦੇ ਵਿੱਚ ਅਸੀਂ ਦੱਸਦੇ ਹੁੰਦੇ ਹਾਂ ਕਿ ਉਹ ਨਾ ਕੰਪਰੈਸ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆਈਸ ਦੇ ਨਾਲ। ਸੋ ਉਹ ਆਈਸ ਪੈਕ ਲੈ ਕੇ ਉਹਦੇ ਵਿੱਚ ਇੱਕ ਲੇਅਰ ਦਿਓ। ਆਪ ਆਈਸ ਪੈਕ ਤੇ ਆਪਣੀ ਸਕਿਨ ਦੇ ਵਿੱਚ ਇੱਕ ਜਿੱਦਾਂ ਟਾਵਲ ਪੇਪਰ ਦੀ ਲੇਅਰ ਦੇ ਸਕਦੇ ਹੋ, ਜਾਂ ਬਹੁਤ ਥਿਨ ਟਾਵਲ ਨੂੰ ਰੱਖ ਸਕਦੇ ਹੋ। ਸੋ ਦੇयर ਸ਼ੁੱਡ ਬੀ ਵਨ ਲੇਅਰ ਇਨ ਬਿਟਵੀਨ, ਤਾਂ ਉਹਨੂੰ ਰੈਪ ਕਰੋ। ਇਹਦੇ ਵਿੱਚ ਅਸੀਂ ਸਲਾਈਡ 'ਚ ਦਿਖਾਉਂਦੇ ਹਾਂ ਕਿ ਉਹਨੂੰ ਕਿਸ ਤਰ੍ਹਾਂ ਤੁਸੀਂ ਰੱਖਣਾ ਹੈਗਾ। ਸੋ ਉਹ ਜਿਹੜੀ ਹੈ ਦਿਸ ਇਜ਼ ਦ ਵੇ ਟੂ ਡੂ ਇਟ। ਔਰ ਇਹ ਕਰਨਾ ਵੀ ਕੁਝ ਜ਼ਿਆਦਾ ਦੇਰ ਨਹੀਂ ਹੈ ਕਿ ਤੁਸੀਂ 30-40 ਮਿੰਟਸ ਇਹਨੂੰ ਕਰਨਾ ਹੈਗਾ। ਜਸਟ 10 to 15 ਮਿੰਟਸ ਕਰੋ, ਪਰ ਕਰੋ ਰਿਪੀਟਡਲੀ ਐਵਰੀ 3 to 4 ਆਵਰਸ ਅਗਰ ਤੁਸੀਂ ਕਰ ਸਕਦੇ ਆ ਤਾਂ ਇਹਨੂੰ 3 to 4 ਟਾਈਮਸ ਇਨ ਦਾ ਡੇ। ਠੀਕ ਹੈ, ਹਾਂਜੀ। ਹਰ 2 ਤੋਂ 3 ਘੰਟੇ, 3 ਤੋਂ 4 ਘੰਟੇ ਪਿੱਛੋਂ 10 ਤੋਂ 15 ਮਿੰਟ ਲਈ ਆਈਸਿੰਗ ਉਹਦੀ ਕਰਨੀ ਚਾਹੀਦੀ ਹੈਗੀ। ਸੋ ਇਹ ਬਹੁਤ ਹੈਲਪ ਕਰਦੀ ਹੈ। ਨਾਰਮਲੀ ਕੀ ਹੁੰਦਾ ਜੀ ਕਿ ਜਦੋਂ ਕਿਤੇ ਵੀ ਪੇਨ ਹੁੰਦੀ ਹੈ,
ਅਸੀਂ ਬਹੁਤੀ ਵਾਰੀ ਹੀਟ ਕਰਨ ਸ਼ੁਰੂ ਕਰ ਦਿੰਦੇ ਹਾਂ, ਪਰ ਇਸ ਕੇਸ ਦੇ ਵਿੱਚ ਹੀਟ ਜਿਹੜੀ ਆ ਉਹ ਤੁਹਾਨੂੰ ਪਰੇਸ਼ਾਨ ਕਰੇਗੀ ਕਿਉਂਕਿ ਆਲਰੇਡੀ ਉੱਥੇ ਥੋੜੀ ਸੂਜਨ ਸਵੈਲਿੰਗ ਹੁੰਦੀ ਆ। ਸੋ ਸਵੈਲਿੰਗ ਦੇ ਵਿੱਚ ਹੀਟ ਨਹੀਂ ਕਰਨੀ ਹੁੰਦੀ। ਸੋ ਆਈਸ ਹਮੇਸ਼ਾ ਹੈਲਪ ਕਰਦੀ ਆ, ਪ੍ਰੋਵਾਈਡਡ ਯੂ ਡੂ ਇਟ ਇਨ ਅ ਪ੍ਰੋਪਰ ਵੇ। ਜਿੱਦਾਂ ਮੈਂ ਦੱਸ ਰਿਹਾ ਕਿ ਬਾਂਹ ਨੂੰ ਸਪੋਰਟ ਕਰੋ, ਕੰਪਰੈਸ਼ਨ ਦਿਵੋ, ਉਹਨੂੰ ਪ੍ਰੋਪਰਲੀ ਰੈਪ ਕਰੋ, ਤਾਂ ਉਹ ਤੁਹਾਨੂੰ ਹੈਲਪ ਕਰਦੀ। ਠੀਕ ਹੈ ਜੀ। ਸੋ ਇਹ ਤਾਂ ਹੋ ਗਿਆ ਇੱਕ ਇਨੀਸ਼ੀਅਲ ਸਟੈਪ, ਲਾਈਕ ਜਸਟ ਕਿ ਦੇਖਣ ਲਈ ਅਗਰ ਕਿਸੇ ਨੂੰ ਨਹੀਂ ਇਹ ਹੈਲਪਫੁਲ ਹੋ ਰਹੀ ਤੇ ਫਿਰ ਅਸੀਂ ਨੈਕਸਟ ਸਟੈਪ ਕੀ ਕਹੀਏ ਕਿ ਬ੍ਰੇਸਿਸ ਯੂਜ਼ ਕਰ ਸਕਦੇ ਨੇ ਜੀ, ਜਾਂ ਕਿਸ ਤਰ੍ਹਾਂ ਆਪਾਂ ਉਹ ਕਰ ਸਕਦੇ ਆ ਕਿ ਜੇ ਆਈਸ ਨਾਲ ਨਹੀਂ ਹੈਲਪ ਹੋਈ ਹੈਗੀ ਜੀ। ਆਈਸ ਐਕਚੁਅਲੀ ਆਈਸ ਇਜ਼ ਵਨ ਆਫ ਦਾ ਪੈਰਾਮੀਟਰਸ ਜੀ, ਹੈ ਨਾ, ਠੀਕ ਹੈ, ਕਰਨੀ ਚਾਹੀਦੀ ਹੈ। ਹਾਂਜੀ, ਹੈਲਪ ਡੈਫੀਨਿਟਲੀ ਹੁੰਦੀ ਹੈ, ਪਰ ਰਾਈਟ ਵੇ ਇਦਾਂ ਨਹੀਂ ਹੈ ਕਿ ਤੁਸੀਂ ਇੱਕ ਦਿਨ 3-4 ਵਾਰੀ ਆਈਸ ਕਰ ਲਈ ਤੇ ਯੂ ਫਾਈਂਡ ਕਿ ਇਹ ਬਿਲਕੁਲ ਠੀਕ ਹੋ ਜਾਣੀ ਤੇ ਚਾਹੀਦੀ ਹੈ। ਕਿੰਨੇ ਦਿਨਾਂ ਬਾਅਦ ਰਿਜ਼ਲਟਸ ਮੈਂ ਦੱਸ ਰਿਹਾ ਸੀਗਾ ਜਿੱਦਾਂ ਪਹਿਲੇ ਵਾਲੇ ਸੈਸ਼ਨ ਦੇ ਵਿੱਚ ਵੀ ਜੀ ਕਿ ਅਗਰ ਤਾਂ ਇਹ ਇਨੀਸ਼ੀਅਲ ਸਟੇਜ ਦੇ ਵਿੱਚ ਹੈਗੀ ਆ ਵਿਦ ਆਲ ਵਾਟ ਵੀ ਆਰ ਡਿਸਕਸਿੰਗ ਰਾਈਟ ਨਾਓ, ਇਹ ਸਾਰੀਆਂ ਚੀਜ਼ਾਂ ਕਰਨ ਦੇ ਨਾਲ 7 ਦਿਨ ਮਤਲਬ 5 to 7 ਡੇਜ਼ 1 ਵੀਕ ਦੇ ਅਰਾਊਂਡ ਜਿਹੜਾ ਰਫਲੀ ਹੈ ਤੁਹਾਡੇ ਸਿੰਪਟਮਸ ਬੈਟਰ ਹੋਣੇ ਚਾਹੀਦੇ ਆ। ਪ੍ਰੀਕਾਸ਼ਨਸ ਦੇ ਨਾਲ, ਪ੍ਰੀਕਾਸ਼ਨਸ ਕੀ ਉਹ ਮੂਵਮੈਂਟਸ ਨਾ ਕੀਤੀਆਂ ਜਾਣ ਜਿਨ੍ਹਾਂ ਨਾਲ ਇਹ ਐਗਰਾਵੇਟ ਹੋ ਰਹੀ ਹੈ। ਆਈਸਿੰਗ ਕਰੋ। ਬ੍ਰੇਸ ਜਿਹੜੀ ਹੈਗੀ ਉਹ ਬੜੀ ਹੈਲਪਫੁਲ ਹੁੰਦੀ ਹੈ। ਹੁਣ ਜਿਹੜੇ ਕੰਮ ਤੇ ਜਾ ਰਹੇ ਨੇ ਉਹ ਤੇ ਸਟਾਪ ਨਹੀਂ ਕਰ ਸਕਦੇ, ਰਾਈਟ, ਕੰਮ ਕਿ ਉਹਨਾਂ ਨੇ ਜਾਣਾ ਹੀ ਜਾਣਾ ਹੈ। ਸੋ ਆਈ ਥਿੰਕ ਉਹਨਾਂ ਲਈ ਬ੍ਰੇਸ ਇਜ਼ ਮੋਰ ਹੈਲਪਫੁਲ ਕਿ ਬਿਲਕੁਲ ਜੀ। ਬ੍ਰੇਸ ਜਿਹੜੀ ਹੈ ਜਿੱਦਾਂ ਹੁਣ ਕੰਮ, ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਕੰਮ ਤੋਂ ਤਾਂ ਛੁੱਟੀ ਨਹੀਂ ਕਰ ਸਕਦੇ ਪਰ ਪਰੇਸ਼ਾਨ ਹੋ ਰਹੇ ਨੇ ਔਰ ਵਰਕ ਇਦਾਂ ਦਾ ਹੈਗਾ ਕਿ ਜਿੱਥੇ ਬਾਰ-ਬਾਰ ਉਹ ਮੋਸ਼ਨ ਹੋ ਰਹੀ ਹੈ ਤਾਂ ਉਹਦੇ ਵਿੱਚ ਟੈਨਿਸ ਐਲਬੋ ਬ੍ਰੇਸ ਆਮ ਹੀ ਮਿਲ ਜਾਂਦੀ ਹੈਗੀ ਹੈ ਜੀ, ਹੈ ਨਾ। ਸੋ ਉਹ ਬ੍ਰੇਸ ਨੂੰ ਯੂਜ਼ ਕਰਨਾ ਚਾਹੀਦਾ ਹੈਗਾ। ਉਹ ਬ੍ਰੇਸ ਬੰਨਣ ਦਾ ਵੀ ਇੱਕ ਤਰੀਕਾ ਹੁੰਦਾ ਜੀ, ਔਰ ਉਹ ਬ੍ਰੇਸ ਕਿੱਦਾਂ ਹੈਲਪ ਕਰਦੀ ਹੈ ਅਸੀਂ ਉਹ ਵੀ ਐਕਸਪਲੇਨ ਕਰਦੇ ਹਾਂ। ਆਈ ਵਿਲ ਲਾਈਕ ਟੂ ਸ਼ੋ ਵਨ ਸਲਾਈਡ। ਇੱਥੇ ਇੱਕ ਸਲਾਈਡ ਸ਼ੋ ਕਰਦੇ ਹਾਂ। ਇਹ ਬ੍ਰੇਸ ਦਾ ਸਲਾਈਡ ਉਹ ਐਕਚੁਅਲੀ ਕੀ ਹੁੰਦਾ ਹੈ ਜੀ ਕਿ ਉਹ ਜਿਹੜਾ ਉੱਪਰ ਵਾਲਾ ਤੁਸੀਂ ਦੇਖ ਰਹੇ ਹੋ ਪਿਕਚਰ ਨੂੰ, ਜਿਹਦੇ ਵਿੱਚ ਉਹ ਐਰੋਜ਼ ਜਾ ਰਹੀਆਂ ਹੈਗੀਆਂ ਮਸਲ ਬੈਲੀ ਵੱਲ, ਉਹ ਲਿਟਲ ਐਪੀਕੰਡਾਈਲ ਤੇ ਮਾਈਕਰੋ ਟੀਅਰਸ ਨੇ ਜਾਂ ਉੱਥੇ ਇਨਫਲੇਮੇਸ਼ਨ ਹੈਗੀ ਹੈ। ਜਦੋਂ ਬਾਰ-ਬਾਰ ਉਹ ਮਸਲ ਜਿਹੜਾ ਹੈ ਉਹ ਯੂਜ਼ ਹੁੰਦਾ ਤਾਂ ਉਹ ਇੱਕ ਪੁਲ ਕ੍ਰੀਏਟ ਹੁੰਦਾ ਹੈ ਜੀ ਐਪੀਕੰਡਾਈਲ ਦੇ ਉੱਤੇ, ਜਿਹਦੇ ਕਰਕੇ ਉੱਥੇ ਪੇਨ ਸ਼ੁਰੂ ਹੋ ਜਾਂਦੀ ਹੈ। ਫਿਰ ਉਹ ਇਰੀਟੇਸ਼ਨ ਹੁੰਦੀ ਹੈ, ਫਿਰ ਉਹ ਇੱਕ ਵਰਸ ਇੰਜਰੀ ਹੋ ਜਾਂਦੀ ਹੈ ਓਵਰ ਅ ਪੀਰੀਅਡ ਆਫ ਟਾਈਮ। ਅਗਰ ਤੁਸੀਂ ਇਨੀਸ਼ੀਅਲੀ ਉਸ ਬ੍ਰੇਸ ਨੂੰ ਯੂਜ਼ ਕਰਨਾ ਸ਼ੁਰੂ ਕਰਦੇ ਹੋ, ਅਗਰ ਧਿਆਨ ਨਾਲ ਦੇਖੋ ਤਾਂ ਜੀ ਉਹ ਬ੍ਰੇਸ ਜਿਹੜੀ ਉਹ ਐਲਬੋ ਤੇ ਨਹੀਂ ਬਣੀ ਹੋਈ, ਐਲਬੋ ਤੋਂ 1 ਇੰਚ ਡਾਊਨ ਹੈ। ਠੀਕ ਹੈ, ਰਾਈਟ। ਉਹ ਕੀ ਕਰ ਰਹੀ ਹੈ ਕਿ ਜਦੋਂ ਤੁਸੀਂ ਉਹਨੂੰ ਬੰਨ੍ਹ ਦਿੰਦੇ ਹੈਗੇ ਉਹ ਕਾਊਂਟਰ ਫੋਰਸ ਕਰਦੀ ਹੈ, ਕੰਪਰੈਸ ਕਰ ਦਿੰਦੀ ਹੈ ਮਸਲਸ ਦੇ ਟੈਂਡਨ ਨੂੰ। ਤਾਂ ਜਿੰਨੀ ਵਾਰੀ ਤੁਸੀਂ ਉਸ ਚੀਜ਼ ਨੂੰ ਮੂਵ ਕਰਦੇ ਹੋ ਆਪਦੇ ਰਿਸਟ ਨੂੰ ਜਾਂ ਬਾਂਹ ਦੀ ਮੂਵਮੈਂਟ ਆਉਂਦੀ ਹੈਗੀ ਆ, ਤਾਂ ਉਹ ਪ੍ਰੀਵੈਂਟ ਕਰਦੀ ਹੈ ਪੁਲਿੰਗ ਨੂੰ ਲਿਟਰਲ ਐਪੀਕੰਡਾਈਲ ਤੋਂ, ਮਤਲਬ ਉਸ ਨੁੱਕਰ ਦੇ ਉੱਤੋਂ ਪ੍ਰੈਸ਼ਰ ਹਟਾਉਂਦੀ ਹੈਗੀ ਆ। ਸੋ ਦਿਸ ਬ੍ਰੇਸ ਇਜ਼ ਵੈਰੀ ਵੈਰੀ ਹੈਲਪਫੁਲ ਜੀ। ਔਰ ਇਹ ਬ੍ਰੇਸ ਆਲ ਦਾ ਟਾਈਮ ਨਹੀਂ ਯੂਜ਼ ਕਰਨੀ ਹੈਗੀ। ਇਹ ਜਦੋਂ ਤੁਸੀਂ ਐਕਟਿਵ ਹੈਗੇ ਆ, ਲਾਈਕ ਕਈ ਵਾਰੀ ਕਲਾਇੰਟਸ ਪੁੱਛਦੇ ਆ ਕਲੀਨਿਕ ਦੇ ਉੱਤੇ ਆ ਕੇ ਕਿ ਇਹਨੂੰ 24 ਆਵਰਸ ਬੰਨਣਾ ਹੈਗਾ। ਨਹੀਂ, ਇਦਾਂ ਨਹੀਂ ਹੈਗਾ, ਹੈ ਨਾ। ਰਾਤ ਨੂੰ ਬੰਨਣ ਦੀ ਜ਼ਰੂਰਤ ਨਹੀਂ ਹੈ। ਸਪੈਸ਼ਲੀ ਉਦੋਂ ਬੰਨੋ ਜਦੋਂ ਤੁਹਾਨੂੰ ਪਤਾ ਹੈ ਕਿ ਤੁਹਾਡੀ ਕੋਈ ਨਾ ਕੋਈ ਮੂਵਮੈਂਟ ਹੋ ਸਕਦੀ ਹੈ। ਹੁਣ ਕਈਆਂ ਦੇ ਵਿੱਚ ਇਦਾਂ ਹੁੰਦਾ ਨਾ ਜੀ ਕਿ ਕੰਮ ਤੇ ਗਏ 7-8 ਆਵਰਸ ਦੀ ਸ਼ਿਫਟ ਆ, ਅਸੀਂ ਰਿਕਮੈਂਡ ਕਰਦੇ ਹਾਂ ਕਿ ਉੱਥੇ ਬੰਨੋ। ਹਾਂਜੀ, ਕਿਉਂਕਿ ਉਹ ਮੂਵਮੈਂਟ ਹੋ ਰਹੀ ਹੈ, ਯੂਜ਼ ਹੋ ਰਹੀ ਹੈ, ਐਲਬੋ ਯੂਜ਼ ਹੋ ਰਹੀ ਹੈ, ਮੂਵਮੈਂਟ ਹੋ ਰਹੀ ਹੈ, ਰੈਪੀਟੇਟਿਵ ਮੂਵਮੈਂਟ ਹੋ ਰਹੀ ਹੈ, ਤਾਂ ਇਹ ਬ੍ਰੇਸ ਉਹਦੇ ਵਿੱਚ ਹੈਲਪ ਕਰਦੀ ਹੈ। ਇਹ ਇੰਪੋਰਟੈਂਟ ਆ ਜੇ ਤੁਹਾਨੂੰ ਲੱਗ ਰਿਹਾ ਕਿ ਪੇਨ ਬਿਕੋਜ਼ ਆਫ ਟੈਨਿਸ ਐਲਬੋ ਹੈ ਔਰ ਪੇਨ ਜ਼ਿਆਦਾ ਹੈਗੀ ਹੈ। ਤੇ ਫਿਰ ਜਿਵੇਂ ਸਾਡੇ ਕੋਲ ਕਈ ਵਾਰੀ ਡਰਾਈਵਰਸ ਆਉਂਦੇ ਨੇ ਔਰ ਉਹ ਮੈਨੂਅਲ ਟਰੱਕਸ ਚਲਾਉਂਦੇ ਨੇ, ਰਾਈਟ। ਸੋ ਉਹਨਾਂ ਦੇ ਵਿੱਚ ਆਈ ਥਿੰਕ ਉਹ ਗੇਅਰਸ ਦੇ ਨਾਲ ਜਾਂ ਉਹ ਬਾਰ-ਬਾਰ ਰੈਪੀਟੇਟਿਵ ਮੂਵਮੈਂਟ ਕਰਦੇ, ਉਹਨਾਂ ਦੇ ਵਿੱਚ ਵੀ ਇਹ ਕੰਪਲੇਂਟ ਸਾਨੂੰ ਦੇਖਣ ਨੂੰ ਕਾਫੀ ਮਿਲਦੀ ਹੈ। ਜੀ, ਇਹ ਬਿਲਕੁਲ ਬਹੁਤ ਵਧੀਆ ਤੁਹਾਡਾ ਪੁਆਇੰਟ ਹੈਗਾ ਕਿਉਂਕਿ ਇਹ ਵੀ ਪੋਪੂਲੇਸ਼ਨ ਹੈਗੀ ਹੈ ਜਿਹਦੇ ਵਿੱਚ ਇਹ ਪ੍ਰੋਬਲਮ ਹੁੰਦੀ ਹੈ। ਅਗਰ ਜਿੱਦਾਂ ਜਿਹੜੇ ਸ਼ਾਰਟ ਹਾਲ ਨੇ, ਸ਼ਾਰਟ ਹਾਲ ਤੋਂ ਮਤਲਬ ਸਿਟੀ 'ਚ ਟਰੱਕ ਡਰਾਈਵ ਕਰਦੇ ਨੇ ਔਰ ਮੈਨੂਅਲ ਟਰੱਕ ਹੈਗਾ, ਸਮਟਾਈਮਸ ਦੇ ਹੈਵ ਟੂ ਸ਼ਿਫਟ ਦ ਗੇਅਰਸ ਬੈਕ ਐਂਡ ਫੋਰਥ, ਉਹਦੇ ਵਿੱਚ ਕਿਉਂਕਿ ਹੱਥ ਇਦਾਂ ਰਹਿੰਦਾ ਹੈਗਾ, ਸੋ ਉਹ ਸਟ੍ਰੇਨ ਇੱਥੇ ਆਉਣਾ ਸ਼ੁਰੂ ਹੋ ਜਾਂਦਾ ਹੈ। ਐਂਡ ਵੈਨ ਦੇ ਆਰ ਮੂਵਿੰਗ ਇਟ ਬੈਕ ਐਂਡ ਫੋਰਥ ਔਰ ਕੰਟੀਨਿਊਸਲੀ ਉਹ ਚੱਲੀ ਜਾ ਰਿਹਾ ਤਾਂ ਉਹ ਫਿਰ ਸਟ੍ਰੇਨ ਆਉਂਦਾ ਹੈਗਾ। ਉਹ ਸੇਮ ਇਸ਼ੂ ਕ੍ਰੀਏਟ ਹੋ ਜਾਂਦਾ ਕਿ ਉਹ ਐਪੀਕੰਡਾਈਲ ਦੇ ਉੱਤੇ ਇਨਫਲੇਮੇਸ਼ਨ ਹੁੰਦੀ ਹੈ, ਫੋਰਆਰਮ ਟਾਈਟ ਹੋਣੀ ਸ਼ੁਰੂ ਹੋ ਜਾਂਦੀ ਹੈ, ਫਿਰ ਉਹਨਾਂ ਨੂੰ ਲੱਗ ਰਿਹਾ ਹੁੰਦਾ ਕਿ ਮੇਰਾ ਹੱਥ ਵੀ ਥੋੜਾ ਸੁੰਨ ਹੋ ਰਿਹਾ ਹੈ, ਗ੍ਰਿਪ ਦੇ ਵਿੱਚ ਵੀ ਫਰਕ ਪੈ ਰਿਹਾ ਹੈਗਾ। ਤਾਂ ਉਸ ਕੰਡੀਸ਼ਨ ਦੇ ਵਿੱਚ ਵੀ ਬ੍ਰੇਸ, ਆਈਸਿੰਗ, ਇਹ ਸਾਰੀਆਂ ਚੀਜ਼ਾਂ ਹੈਲਪ ਕਰ ਸਕਦੀਆਂ ਕਿਉਂਕਿ ਕੰਮ ਤੇ ਆਈਸਿੰਗ ਨਹੀਂ ਹੋ ਸਕਦੀ। ਸੋ ਬ੍ਰੇਸਿਸ ਆਰ ਆਲਵੇਜ਼ ਰეკਮੈਂਡਡ ਫॉर ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਹੈ ਤਾਂ ਤੁਸੀਂ ਬ੍ਰੇਸ ਲੈ ਸਕਦੇ ਹੋ। ਇਹ ਹਰ ਜਗ੍ਹਾ ਅਵੇਲੇਬਲ ਹੈ। ਜੇ ਕਿਸੇ ਨੇ ਸਾਡੇ ਕੋਲੋਂ ਲੈਣੀ ਹੈ ਤੇ ਅਸੀਂ ਵੀ ਅਵੇਲੇਬਲ ਹੁੰਦੀ ਹੈ ਸਾਡੇ ਕੋਲ। ਅਸੀਂ ਪ੍ਰੋਪਰ ਮੈਜ਼ਰਮੈਂਟ ਕਰਕੇ ਸੋ ਅਸੀਂ ਪ੍ਰੋਪਰ ਬਣਾ ਕੇ ਕਸਟਮਾਈਜ਼ ਬ੍ਰੇਸ ਦਿੰਦੇ ਆ ਟੈਨਿਸ ਐਲਬੋ ਦੇ ਵਾਸਤੇ। ਉਹਦੇ ਵਿੱਚ ਕਮਲ ਜੀ ਇਹੀ ਡਿਫਰੈਂਸ ਹੁੰਦਾ ਜੀ। ਹੁਣ ਇੱਕ ਟੈਨਿਸ ਐਲਬੋ ਸਪੋਰਟਸ ਬਹੁਤ ਨੇ, ਆਮ ਹੀ ਪਈਆਂ ਹੋਈਆਂ ਲਾਈਕ ਵਾਲਮਾਰਟ, ਸ਼ਾਪਰਸ, ਐਵਰੀਵੇਅਰ ਦੇ ਆਰ देयर। ਹੁਣ ਕਲਾਇੰਟਸ ਕਈ ਇਹ ਵੀ ਕੰਪਲੇਨ ਕਰਦੇ ਕਿ ਜੀ ਮੈਂ ਤਾਂ ਬ੍ਰੇਸ 1 ਮਹੀਨਾ ਹੋ ਗਿਆ ਪਾ ਲਈ, ਕੋਈ ਫਰਕ ਨਹੀਂ ਪਿਆ।
ਉਹ ਸਮਟਾਈਮਸ ਕੀ ਹੁੰਦਾ ਹੈ ਕਿ ਉਹਨਾਂ ਦੇ ਉਸ ਪਾਰਟਿਕੂਲਰ ਕੇਸ ਦੇ ਵਿੱਚ ਫਿਰ ਇੱਕ ਕਸਟਮਾਈਜ਼ਡ ਬ੍ਰੇਸਿਸ ਬਣਦੀਆਂ। ਹਾਂਜੀ, ਜਿੱਦਾਂ ਤੁਸੀਂ ਹੁਣੇ ਦੱਸ ਰਹੇ ਸੀਗੇ, ਉਹਦੇ ਵਿੱਚ ਤੁਹਾਡੀ ਪ੍ਰੋਪਰ ਮੈਜਰਮੈਂਟ ਹੁੰਦੀ ਹੈ। ਉਹ ਪ੍ਰੋਫੈਸ਼ਨਲ ਉੱਥੇ ਬੈਠੇ ਜਿਹੜੇ ਸਾਡੇ ਕਲੀਨਿਕ ਤੇ ਦੇ ਡੂ ਦੈਟ, ਉਹ ਐਂਗਲਸ ਨੂੰ ਮੈਜਰ ਕਰਦੇ ਔਰ ਫਿਰ ਉਹ ਇੱਕ ਤੁਹਾਡੀ ਜ਼ਰੂਰਤ ਦੇ ਅਕੋਰਡਿੰਗਲੀ ਉਹਦੀਆਂ ਪ੍ਰੈਸ਼ਰਸ ਐਂਡ ਫੋਰਸਿਸ ਨੂੰ ਕਸਟਮਾਈਜ਼ ਕਰਕੇ ਫਿਰ ਉਹ ਤਿਆਰ ਕਰਵਾਈ ਜਾਂਦੀ ਹੈ ਜੀ। ਸੋ ਉਹ ਡਿਫਰੈਂਟ ਬ੍ਰੇਸ ਹੋ ਜਾਂਦੀ ਆ। ਬਟ ਅਗੇਨ ਮੈਂ ਉਹੀ ਗੱਲ ਦੱਸ ਰਿਹਾ ਜੀ ਕਿ ਜੇ ਤੁਹਾਡੀ ਇਨੀਸ਼ੀਅਲ ਸਟੇਜ ਦੇ ਵਿੱਚ ਹੈਗਾ, ਤੁਹਾਨੂੰ ਲੱਗ ਰਿਹਾ ਕਿ 2-4 ਦਿਨ ਤੋਂ ਪਿਛਲੇ ਮੇਰੇ ਸ਼ੁਰੂ ਹੋਈ ਹੈ ਪ੍ਰੋਬਲਮ ਔਰ ਮੈਂ ਵੱਧ ਰਹੀ ਹੈਗੀ ਆ, ਸੋ ਟਰਾਈ ਟੂ ਡੂ ਆਲ ਥੀਸ ਥਿੰਗਸ। ਆਈਸਿੰਗ ਕਰੋ, ਬ੍ਰੇਸ ਯੂਜ਼ ਕਰੋ, ਐਂਟੀ ਇਨਫਲੇਮੇਟਰੀ ਲੈ ਸਕਦੇ ਹੈਗੇ ਹੋ, ਔਨ ਦਾ ਕਾਊਂਟਰ ਜਿਹੜੀਆਂ ਪਈਆਂ ਉਹ ਯੂਜ਼ ਕਰ ਸਕਦੇ ਹੋ, ਜਾਂ ਡਾਕਟਰ ਨਾਲ ਵੀ ਮਿਲ ਕੇ ਕਰ ਸਕਦੇ ਹੋ। ਸੋ ਇਹ ਪਹਿਲਾਂ ਟਰਾਈ ਕਰ ਲਓ। ਲੱਗਦਾ ਹੈ ਕਿ ਨਹੀਂ ਹੈਲਪ ਹੋ ਰਹੀ ਹੈਗੀ, ਸੋ ਦੈਨ ਯੂ ਕੈਨ ਸੀ ਯੋਰ ਪ੍ਰੋਫੈਸ਼ਨਲ ਥੈਰੇਪਿਸਟ। ਉਹ ਤੁਹਾਨੂੰ ਫਿਰ ਸਟਰੈਂਥਨਿੰਗ ਸਟ੍ਰੈਚਿੰਗ ਪ੍ਰੋਟੋਕੋਲਸ ਨੂੰ ਗਾਈਡ ਕਰਨਗੇ ਤੇ ਉਹਦੇ ਨਾਲ ਫਿਰ ਤੁਹਾਨੂੰ ਜ਼ਿਆਦਾ ਹੈਲਪ ਹੋ ਸਕਦੀ ਹੈ। ਆਈ ਥਿੰਕ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਹੈ ਤੇ ਵਿਦਿਨ ਅ ਵੀਕ ਜੇ ਉਹ ਟਰਾਈ ਕਰ ਲੈਣ, ਅਦਰਵਾਈਜ਼ ਇਹ ਹਿਟ ਐਂਡ ਟਰਾਇਲ ਮੈਥਡ ਨਾ ਯੂਜ਼ ਕਰੋ, ਕਿਉਂਕਿ ਵਿਦਿਨ ਅ ਵੀਕ ਯੂ ਕੈਨ ਜਸਟ ਟਰਾਈ। ਜੇ ਤੁਹਾਨੂੰ ਲੱਗ ਰਿਹਾ ਹੈ ਕਿ ਤੁਹਾਨੂੰ ਪ੍ਰੋਬਲਮ ਜ਼ਿਆਦਾ ਹੋ ਰਹੀ ਹੈ, ਸੋ ਰਾਈਟ ਅਵੇ ਗੋ ਟੂ ਯੋਰ ਪ੍ਰੋਫੈਸ਼ਨਲ, ਕਿਉਂਕਿ ਪ੍ਰੋਫੈਸ਼ਨਲ ਦੀ ਐਡਵਾਈਸ ਇਜ਼ ਆਲਵੇਜ਼ ਹੈਲਪਫੁਲ। ਔਰ ਜਿਹੜੀਆਂ ਬ੍ਰੇਸਿਸ ਅਸੀਂ ਦੇਵਾਂਗੇ ਉਹ ਡਿਫਰੈਂਟ ਹੋਣਗੀਆਂ ਜਿਹੜੀਆਂ ਤੁਸੀਂ ਔਨ ਦਾ ਕਾਊਂਟਰ ਲਾਓਗੇ ਜਾ ਕੇ। ਜੀ ਹਾਂਜੀ ਜੀ। ਮਨਜਿੰਦਰ ਜੀ, ਸੋ ਇਹ ਬਹੁਤ ਵਧੀਆ ਤੁਹਾਡਾ ਪੁਆਇੰਟ ਸੀਗਾ, ਕਿਉਂਕਿ ਨਾਰਮਲੀ ਬ੍ਰੇਸਿਸ ਬਹੁਤ ਨੇ, ਬਹੁਤ ਤਰ੍ਹਾਂ ਦੀਆਂ ਨੇ ਜੀ। ਉਹਦੇ ਵਿੱਚ ਕਈ ਬੈਂਡਸ ਨੇ, ਕਈ ਸਲੀਵਸ ਨੇ, ਔਰ ਉਹ ਬੰਨਣ ਦਾ ਤਰੀਕਾ ਵੀ ਹੁੰਦਾ ਹੈ ਕਿ ਕਿੱਥੇ ਬੰਨਣੀ ਹੈ। ਔਰ ਬਹੁਤੀ ਵਾਰੀ ਹੁੰਦਾ ਜੀ ਕਿ ਜਦੋਂ ਤੁਸੀਂ ਜਾ ਕੇ ਦੇਖੋ, ਆਈ ਸੌ ਲਾਈਕ ਪੇਸ਼ੈਂਟਸ ਜਿਹੜੇ ਹੁੰਦੇ ਹੈਗੇ ਕਲੀਨਿਕ ਦੇ ਉੱਤੇ, ਜਦੋਂ ਮਿਲਦੇ ਨੇ ਉੱਥੇ ਪ੍ਰੋਵਾਈਡਰਸ ਨਾਲ ਗੱਲ ਕਰਦੇ ਨੇ, ਉਹਨਾਂ ਨੇ ਆਲਰੇਡੀ ਬ੍ਰੇਸ ਕੋਈ ਨਾ ਕੋਈ ਪਾਈ ਹੁੰਦੀ ਹੈ, ਉਹ ਇੱਕ ਸਲੀਵ ਜੀ ਵਾਂਗੂ ਹੁੰਦੀ ਹੈ, ਉਹ ਇੰਨਾ ਹੈਲਪ ਨਹੀਂ ਕਰਦੀ। ਜਾਂ ਜਿਹੜਾ ਬੈਂਡ ਅਸੀਂ ਸ਼ੋਅ ਕੀਤਾ ਸਲਾਈਡ ਦੇ ਵਿੱਚ, ਉਹ 1 ਇੰਚ ਡਾਊਨ ਕਰਕੇ ਬੰਨਣ, ਉਹਦੇ ਨਾਲ ਹੈਲਪ ਹੁੰਦੀ ਹੈ। ਸੋ ਉਹ ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਹੈਲਪ ਕਰਦੀਆਂ। ਸਾਰਾ ਕੁਝ ਆਪਾਂ ਦੱਸਤਾ। ਹੁਣ ਥੋੜਾ ਜਿਹਾ ਮੈਂ ਜੇ ਸਟ੍ਰੈਚ ਆਫ ਦ ਵੀਕ ਵੱਲ ਨੂੰ ਆਪਾਂ ਚੱਲੀਏ, ਬਿਲਕੁਲ ਉਹ ਟਿਪਸ ਬਹੁਤ ਜ਼ਰੂਰੀ ਨੇ। ਹਾਂਜੀ, ਕਿਉਂਕਿ ਉਹਦੇ ਵਿੱਚ ਇਹ ਹੈਗਾ ਕਿ ਜੇ ਤੁਹਾਨੂੰ ਇਹ ਚੀਜ਼ਾਂ ਇਨੀਸ਼ੀਏਟ ਹੋ ਰਹੀਆਂ ਥੋੜਾ ਇਨੀਸ਼ੀਅਲ ਸਟੇਜ 'ਚੋਂ, ਤਾਂ ਇਹ 2-3 ਸਟ੍ਰੈਚਸ ਐਕਸਰਸਾਈਜ਼ਸ ਨੇ, ਇਹਨਾਂ ਨੂੰ ਨਾਲ ਦੇ ਨਾਲ ਤੁਸੀਂ ਕਰ ਸਕਦੇ ਹੋ। ਉਹਦੇ ਵਿੱਚੋਂ ਪਹਿਲੀ ਐਕਸਰਸਾਈਜ਼ ਮੈਂ ਤੁਹਾਨੂੰ ਦਿਖਾਉਂਦਾ ਜੀ, ਇਹ ਹੈਗੀ ਹੈ ਜਿਹੜੇ ਐਕਸਟੈਂਸਰ ਗਰੁੱਪ ਹੈਗਾ, ਉਹਨੂੰ ਸਟ੍ਰੈਚ ਕਰਨ ਦਾ ਤਰੀਕਾ, ਤੁਸੀਂ ਐਲਬੋ ਸਿੱਧੀ ਰੱਖਣੀ ਹੈ ਤੇ ਰਿਸਟ ਤੋਂ ਆਪਣਾ ਦੂਸਰੇ ਹੱਥ ਨਾਲ ਪ੍ਰੈਸ਼ਰ ਦੇਣਾ। 2 ਤੋਂ 4 ਸੈਟ ਡੇਲੀ ਹੋਣੇ ਚਾਹੀਦੇ ਆ, ਔਰ 5 to 10 ਰੈਪੀਟੀਸ਼ਨਸ ਹੋਣੀਆਂ ਚਾਹੀਦੀਆਂ। ਇਸ ਤੋਂ ਨੈਕਸਟ ਜਿਹੜੀ ਸਲਾਈਡ ਹੈਗੀ ਆ, ਉਹਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਜੀ, ਉਹਦੇ ਵਿੱਚ 4 ਆਰਮ ਜਿਹੜੇ ਸਾਡੇ ਫਲੈਕਸਰਸ, ਰਿਸਟ ਫਲੈਕਸਰ ਨੇ, ਉਹਨਾਂ ਨੂੰ ਸਟ੍ਰੈਚ ਕਰ ਰਹੇ ਹੈਗੇ ਆ। ਸਿਮਿਲਰਲੀ 2 ਤੋਂ 4 ਸੈਟਸ ਹੋਣ ਰੋਜ਼ ਦੇ, ਔਰ 5 ਤੋਂ 10 ਰੈਪੀਟੀਸ਼ਨਸ ਹੋਣ। ਸਪੈਸ਼ਲੀ ਜਦੋਂ ਕੰਮ ਸ਼ੁਰੂ ਕਰਨ ਲੱਗਦੇ ਹੋ ਤਾਂ ਇਹ ਵਾਲੇ ਸਟ੍ਰੈਚਸ ਕਰਕੇ ਸਟਾਰਟ ਕਰੋ, ਬ੍ਰੇਕ ਮਿਲਦੀ ਆ ਤਾਂ ਉਹਦੇ ਵਿੱਚ ਕਰੋ, ਸੋ ਦੈਟ ਵਿਲ ਰੀਅਲੀ ਹੈਲਪ। ਔਰ ਇੱਕ ਜਿਹੜਾ ਲਾਸਟ ਤੇ ਮੈਂ ਤੁਹਾਨੂੰ ਦੱਸ ਰਿਹਾ ਹੈਗਾ, ਇਹ ਬਾਲ ਸਕਵੀਜ਼ ਕਰਨ ਦਾ ਹੁੰਦਾ। ਇਹ ਬਾਲ ਮੈਂ ਦੱਸਦਾ ਹੁੰਦਾ ਜੀ ਕਿ ਤੁਸੀਂ ਇਹਨੂੰ ਕਾਰ ਦੇ ਵਿੱਚ ਰੱਖ ਲਓ, ਸਕਵੀਸ਼ੀ ਬਾਲ ਹੁੰਦੀ ਆ। ਸੋ ਜਦੋਂ ਕਿਤੇ ਟਾਈਮ ਲੱਗਦਾ ਜਾਂ ਜਿੱਥੇ ਵੀ ਟਾਈਮ ਮਿਲਦਾ, ਇਹਨੂੰ ਕੀਪ ਔਨ ਡੂਇੰਗ ਇਟ, ਬਟ ਮੇਕ ਸ਼ੋਰ ਕਰਨਾ ਕਿ ਬਹੁਤ ਫਾਸਟ ਨਹੀਂ ਕਰਨਾ, ਨਹੀਂ ਤਾਂ ਫਿਰ ਫੋਰਆਰਮ ਜਿਹੜਾ ਉਹ ਪੰਪ ਹੋ ਜਾਂਦੀ ਹੈ ਤਾਂ ਫਿਰ ਕਈ ਵਾਰੀ ਉਹ ਸੋਰ ਹੋ ਜਾਂਦੀ ਹੈ। ਸੋ ਉਮੀਦ ਕਰਦਾ ਤੁਹਾਨੂੰ ਇਹ ਸਟ੍ਰੈਚ ਆਫ ਦ ਵੀਕ ਵੀ ਸਮਝ ਆਉਣਗੇ ਔਰ ਪਸੰਦ ਵੀ ਕਰੋਗੇ, ਔਰ ਇਹਨਾਂ ਨੂੰ ਟਰਾਈ ਕਰਕੇ ਦੇਖੋ। ਸੋ ਇਹ ਚੀਜ਼ਾਂ ਹੈਲਪ ਕਰਨਗੀਆਂ ਜੀ। ਹਾਂਜੀ ਬਿਲਕੁਲ ਜੀ। ਸੋ ਹੁਣ ਸਾਡਾ ਟਾਈਮ ਸਮਾਪਤੀ ਵੱਲ ਜਾ ਰਿਹਾ, ਔਰ ਮੈਂ ਥੋੜੀ ਜਿਹੀ ਆਪਣੇ ਕਲੀਨਿਕ ਬਾਰੇ, ਅਕਾਲ ਫਿਜ਼ੀਓਥੈਰੇਪੀ ਬਾਰੇ ਸਭ ਨੂੰ ਇਨਫੋਰਮੇਸ਼ਨ ਦੇ ਦਾਂ। ਜਿਵੇਂ ਕਿ ਅਸੀਂ ਹੁਣ ਈਅਰ ਐਂਡ ਵੱਲ ਪ੍ਰੋਸੀਡ ਕਰ ਰਹੇ ਹਾਂ, ਸੋ ਮੈਂ ਸਾਰੇ ਹੀ ਵਿਊਅਰਸ ਨੂੰ ਕਹੂੰਗੀ ਕਿ ਆਪਣੀਆਂ ਪਾਲਿਸੀਜ਼ ਚੈੱਕ ਕਰ ਲੈਣ। ਅਗਰ ਈਅਰ ਐਂਡ ਤੇ ਤੁਹਾਡੀ ਪਾਲਿਸੀ ਕੋਲੈਪਸ ਹੋ ਰਹੀ ਹੈ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਅਸੀਂ ਤੁਹਾਨੂੰ ਕੰਪਰੈਸ਼ਨ ਸਟਾਕਿੰਗਸ ਜਾਂ ਆਰਥੋਟਿਕਸ ਤੁਹਾਨੂੰ ਡਾਕਟਰ ਨੇ ਜੇ ਰეკਮੈਂਡ ਕੀਤੇ ਨੇ ਤੇ ਅਸੀਂ ਉਹ ਬਣਵਾ ਕੇ ਦੇ ਸਕਦੇ ਹਾਂ। ਔਰ ਇਸ ਦੇ ਨਾਲ ਸਾਡੇ ਕਲੀਨਿਕ ਤੇ ਸਰਵਾਈਕਲ ਦੀ, ਫਰੋਜ਼ਨ ਸ਼ੋਲਡਰ, ਕੋਈ ਬੈਕ ਪੇਨ, ਨੈਕ ਪੇਨ, ਕੋਈ ਵੀ ਇਸ਼ੂ ਹੈਗਾ, ਤੁਸੀਂ ਸਾਡੇ ਨਾਲ ਅਪਾਇੰਟਮੈਂਟ ਬਣਾ ਕੇ ਆ ਸਕਦੇ ਹੋ। ਸਾਡੇ ਕੋਲ ਸਾਰੇ ਪ੍ਰੋਵਾਈਡਰਸ ਅਵੇਲੇਬਲ ਨੇ, chiropractic, physiotherapy, massage therapy, so you can make an appointment, come to us। ਨੰਬਰ ਸਾਡਾ ਸਕਰੀਨ ਤੇ ਫਲੈਸ਼ ਹੋ ਰਿਹਾ, ਔਰ ਸਾਡਾ ਐਡਰੈਸ ਹੈਗਾ ਜੀ 527 ਵੈਨਕ੍ਰਿਕ ਡਰਾਈਵ। ਵੀ ਆਰ ਰਾਈਟ ਇਨ ਦਾ ਕੋਰਨਰ ਪਲਾਜ਼ਾ ਔਨ ਮੇਫੀਲਡ ਐਂਡ ਵੈਨਕ੍ਰਿਕ। ਉਮੀਦ ਹੈ ਜੀ ਤੁਹਾਨੂੰ ਸਾਰਿਆਂ ਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਥੈਂਕ ਯੂ ਮਨਜਿੰਦਰ ਜੀ, ਇਟ ਵਾਸ ਵੈਰੀ ਇਨਫੋਰਮੇਟਿਵ ਸੈਸ਼ਨ, ਔਰ ਅਸੀਂ ਤੁਹਾਡੇ ਫੀਡਬੈਕ ਦੀ ਵੇਟ ਕਰਾਂਗੇ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।